ਜਾਵਾਂਗੇ ਅਸੀਂ। ਇਸ ਤੋਂ ਬਗੈਰ ਤਾਂ ਸਾਰੀ ਦਿਹਾੜੀ ਫਿਰ ਬਾਕੀ ਦੂਜੇ ਪਾਸੇ ਹੀ ਉਹ ਸਮਾਂ ਲੰਘਣਾ ਹੈ ਉਹੀ ਸਮਾਂ, ਪਰ ਇਸ ਸਮੇਂ ਵਿੱਚ ਫਰਕ ਹੈ ਨਾ। ਇਹ ਅਮਰ ਸਾਈਂ ਵਿੱਚ ਲੇਖੇ ਦੀ ਸੋ ਨਾਲ ਬਿਹਾਵੇ ਵੀ ਜਿਹੜੀ ਮਾਲਕ ਨਾਲ ਉਹਨੂੰ ਚੇਤੇ ਕਰਦਿਆਂ ਹੋਇਆਂ ਉਮਰ ਬੀਤਦੀ ਹੈ, ਸਮਾਂ ਲੰਘਦਾ ਹੈ ਜ਼ਿੰਦਗੀ ਦਾ, ਇਹ ਲਿਖੇ ਵਿੱਚ ਹੈ। ਇਹ ਤੋਂ ਬਗੈਰ ਜਿਹੜਾ ਕੋਈ ਬਾਕੀ ਕਰਦਿਆਂ ਸਾਡਾ ਜ਼ਿੰਦਗੀ ਦਾ ਸਮਾਂ ਲਾਉਂਦਾ ਹੈ, ਉਹਨੂੰ ਅਸੀਂ ਕਹੀਏ ਵੀ ਇਹ ਵੀ ਲਿਖੇ ਵਿੱਚ ਹੈ, ਕੋਈ ਨਹੀਂ ਹੈ, ਧੰਨ ਪਿਟਿਆ ਹੈ। ਉਹ ਗੁਰਮਤਿ ਆਸ਼ੇ ਅਨੁਸਾਰ, ਗੁਰਮਤਿ ਸਿਧਾਂਤ ਅਨੁਸਾਰ ਅੱਜ ਗੁਰੂ ਅੰਗਦ ਸਾਹਿਬ ਜੀ ਇਸ ਸ਼ਲੋਕ ਰਾਹੀਂ ਜਿਵੇਂ ਉਸ ਵੇਲੇ ਸਮਝਾਇਆ ਹੈ, ਸਾਨੂੰ ਸਮਝਾ ਰਹੇ ਹਨ। ਅਠੀ ਪਹਿਰੀ ਅੱਠ ਖੰਡ, ਹੇ ਗੁਰਸਿੱਖੋ, ਦਿਨ ਦੇ 8 ਪਹਿਰ ਹਨ। ਇਸ ਦਿਨ ਰਾਤ ਦੇ 8 ਪਹਿਰ ਹਨ। ਇਸ ਕਰਕੇ 8 ਹੀ ਇਹਦੇ 8 ਪਹਿਰਾਂ ਕਰਕੇ 8 ਖੰਡ ਹਨ, 8 ਹਿੱਸੇ ਹਨ ਸਮੇਂ ਦੇ। ਨਾਵਾ ਖੰਡ ਸਰੀਰ, ਤੇ ਨੌਵਾਂ ਕਹਿੰਦੇ ਜਿਹੜਾ ਖੰਡ ਕੀ ਹਿੱਸਾ ਹੈ ਸਰੀਰ ਦਾ ਵੀ ਹੈ, ਨਾਲ ਇਹਦੇ ਸੰਬੰਧ ਹੈ, ਕਿਉਂਕਿ 8 ਪਹਿਰਾਂ ਦੇ ਨਾਲ ਸਰੀਰ ਦਾ ਵੀ ਸੰਬੰਧ ਹੈ। ਇਸ ਕਰਕੇ ਨੌਵਾਂ ਹਿੱਸਾ ਹੈ ਸਰੀਰ ਦਾ ਵੀ ਹੈ, ਹਿੱਸੇ ਦਾ। ਇਹ ਤਾਂ ਬਾਹਰਲਾ ਸਿੱਧਾ ਹੀ ਅਰਥ ਹੈ ਵੀ 8 ਪਹਿਰ ਤੇ 8 ਖੰਡ ਨੇ, 8 ਹਿੱਸੇ ਨੇ, ਨੌਵਾਂ ਸਰੀਰ ਦਾ ਹਿੱਸਾ ਹੈ, ਕਿਉਂਕਿ ਇਹਦੇ ਨਾਲ ਇਹਦਾ ਸੰਬੰਧ ਹੈ 8 ਪਹਿਰਾਂ ਨਾਲ। ਗੱਲ ਕੀ ਸਾਰੇ ਸਮੇਂ ਨਾਲ ਹੀ ਸੰਬੰਧ ਹੈ ਸਰੀਰ ਦਾ। ਇਸ ਕਰਕੇ ਇਸ ਸਮੇਂ ਦਾ ਇੱਕ ਹਿੱਸਾ ਹੈ ਸਾਡਾ ਮਨੁੱਖਾ ਸਰੀਰ। ਦੂਜੇ ਰੂਪ ਵਿੱਚ ਵੀ 8 ਪਹਿਰੀ, 8 ਪਹਿਰਾਂ ਵਿੱਚ ਕੀ ਕਰਨਾ ਚਾਹੀਦਾ ਤਾਂ ਦੱਸਦੇ 8 ਪਹਿਰੀ 8 ਹਨ। 8 ਪਹਿਰਾਂ ਵਿੱਚ 8 ਦਾ ਖੰਡਨ ਕਰਨਾ ਚਾਹੀਦਾ ਹੈ। ਇਹ 8 ਕਿਹੜੇ ਹਨ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਤੇ ਜਿਹੜੇ 3 ਗੁਣ ਹੈ, ਇਹਨਾਂ ਦਾ ਜਿਹੜਾ ਬੁਰਾ ਪ੍ਰਭਾਵ ਹੈ, ਉਹ ਜਦੋਂ ਕਿਤੇ ਤਮੋ ਗੁਣ ਵਰਤਦਾ ਹੁੰਦਾ ਨਾ, ਫਿਰ ਬੜਾ ਕ੍ਰੋਧ ਚੜ੍ਹਿਆ ਹੁੰਦਾ ਹੈ, ਬੜੀ ਈਰਖਾ ਦਵੈਸ਼ ਹੁੰਦੀ, ਅੰਦਰ ਸਾੜਾ ਹੁੰਦਾ ਹੈ, ਬੁੱਲ ਫਰਕਦੇ ਹੁੰਦੇ ਆ, ਗਾਲਾਂ ਨਿਕਲਦੀਆਂ ਹੁੰਦੀਆਂ ਜਦੋਂ ਤਮ ਗੁਣ ਹੁੰਦਾ ਹੈ। ਫਿਰ ਜਦੋਂ ਰਜੋਗੁਣ ਦੀ ਪ੍ਰਧਾਨਤਾ ਆ ਜਾਂਦੀ ਸਰੀਰ ਵਿੱਚ, ਫਿਰ ਅਸੀਂ ਲੋਭੀ ਲਾਲਚੀ ਬਣ ਜਾਂਦੇ ਹਾਂ ਵੀ ਉਹ ਵੀ ਖਿੱਚ ਲਈਏ, ਉਹ ਵੀ ਲੈ ਲਈਏ। ਫਿਰ ਅਸੀਂ ਬੇਈਮਾਨ ਦੇ ਪੂਤਲੇ, ਕਿਉਂਕਿ ਰਜੋਗੁਣ ਦੀ ਪ੍ਰਧਾਨਤਾ ਹੈ, ਉਹਨੇ ਆਪਣਾ ਜ਼ੋਰ ਦਿਖਾਉਣਾ ਹੈ। ਫਿਰ ਨਾ ਮਾਂ ਦੀ ਨਾ ਪਿਓ ਦੀ, ਅਸੀਂ ਕਹਿੰਦੇ ਇਹਨੂੰ ਮਾਰ ਦਈਏ, ਖਤਮ ਕਰ ਦਈਏ, ਇਹਦਾ ਜੋ ਕੁਛ ਅਸੀਂ ਲੈ ਲਈਏ। ਇਹ ਲੋਭ, ਇਹ ਰਜੋਗੁਣ ਹੈ। ਇਹ ਜਦੋਂ ਕਿਤੇ ਸਤੋਗੁਣ ਆਉਂਦਾ ਹੈ, ਫਿਰ ਸਾਡੇ ਅੰਦਰ ਸੋਭਾ ਦੀ ਭੁੱਖ ਜਾਗਦੀ ਹੈ। ਇਹ ਲੋਕਾਂ ਨੂੰ ਵੀ ਬੜਾ ਹੈ, ਸ਼ੋਹਰਤ ਦੀ ਅੰਦਰ ਇੱਛਾ ਹੁੰਦੀ ਹੈ। ਫਿਰ ਸੋਭਾ ਵਾਸਤੇ ਸਾਨੂੰ ਕੋਈ ਨਾ ਕੋਈ ਪਦਵੀ ਵੀ ਚਾਹੀਦੀ ਹੈ। ਇਸ ਤਰ੍ਹਾਂ ਮਾਣ ਵਡਿਆਈ ਦੀ ਜਦੋਂ ਅੰਦਰ ਪ੍ਰਬਲਤਾ ਹੁੰਦੀ ਹੈ ਨਾ, ਵੀ ਜਿੱਥੇ ਮੈਂ ਜਾਵਾਂ ਉੱਥੇ ਮੈਨੂੰ ਚੰਗਾ ਚੰਗਾ ਆਖਣ, ਮੇਰੇ ਵਾਸਤੇ ਸਾਰੇ ਬੰਦੋਬਸਤ ਪਹਿਲਾਂ ਹੀ ਹੋ ਜਾਣ, ਐਸਾ ਸੋਭਾ ਸਯੁਕਤ ਹੋਵਾਂ। ਇਹ ਜਦੋਂ ਗੁਣ ਵਰਤਦਾ ਉਹ ਸਤੋ ਗੁਣ ਹੈ। ਕਹਿੰਦੇ ਇਹ 8 ਪਹਿਰਾਂ ਵਿੱਚ 8 ਦਾ ਖੰਡਨ ਕਰਨਾ ਚਾਹੀਦਾ ਹੈ। ਕ੍ਰੋਧ ਦਾ ਵੀ ਇਹਨੂੰ ਨਹੀਂ ਆਉਣਾ ਦੇਣਾ ਚਾਹੀਦਾ ਹੈ। ਇਹ ਆਉਂਦਾ ਹੈ 8 ਪਹਿਰਾਂ ਵਿੱਚ ਕਿਤੇ ਨਾ ਕਿਤੇ ਗੇੜਾ ਮਾਰਦਾ ਹੈ। ਕ੍ਰੋਧ ਵੀ, ਲੋਭ ਵੀ, ਤੇ ਮੋਹ ਵੀ, ਹੰਕਾਰ ਵੀ ਆ ਜਾਂਦਾ ਹੈ। ਇਸੇ ਤਰ੍ਹਾਂ ਇਹ 3 ਗੁਣ ਵੀ ਆ ਜਾਂਦੇ। ਇਹਦੇ ਵੀ ਜਦੋਂ ਆਉਣੇ ਨਾ 3 ਗੁਣ, ਕ੍ਰੋਧ ਆਵੇ, ਲੋਭ ਆਵੇ, ਰਜੋਗੁਣ, ਤੇ ਮਾਣ ਵਡਿਆਈ ਦੇ ਅੰਦਰ ਚਾਹ ਨਾ ਉੱਠੇ, ਕਹਿੰਦੇ 8 ਦਾ ਖੰਡਨ ਕਰਨਾ ਚਾਹੀਦਾ। ਇਹ ਨਹੀਂ ਆਉਣੇ ਦੇਣੇ ਚਾਹੀਦੇ ਹਨ।
ਉਦੋਂ ਹੀ ਅਰਦਾਸ ਵਿੱਚ ਜੁੜ ਜਾਣਾ ਚਾਹੀਦਾ ਜੇ ਆਉ ਵੀ ਜਾਣ, ਕਿਉਂਕਿ ਹੈ ਬੜੇ ਬਲੀਏ ਇਹ ਮਨੁੱਖ ਤੇ ਐਸੇ ਹਾਵੀ ਹੁੰਦੇ ਦੀ ਭੁੱਤ ਨਹੀਂ ਭੁਲਾ ਦਿੰਦੇ। ਇਹਦਾ ਕ੍ਰੋਧ ਨੇ ਆਪਣਾ ਬਲ ਦੱਸਿਆ ਹੈ। ਪ੍ਰਬੋਧ ਚੰਦਰ ਨਾਟਕ ਵਿੱਚ ਲਿਖਿਆ ਵੀ ਕ੍ਰੋਧ ਕਹਿੰਦਾ ਮੈਂ ਬਹੁਤ ਬੜਾ ਬਲੀ ਹੈ, ਮੇਰੇ ਅੱਗੇ ਜਿਹੜੀ ਖਿਮਾ ਰੂਪੀ ਸੂਰਮੀ ਹੈ ਉਹ ਕਹਿੰਦੇ ਉਹ ਕੀ ਕਰ ਸਕਦੀ, ਖੜ ਸਕਦੀ ਹੈ, ਸਹਾਰਨ ਸ਼ਕਤੀ ਖੜ ਸਕਦੀ ਹੈ, ਸ਼ਾਂਤੀ ਨਹੀਂ ਖੜ ਸਕਦੀ ਮੇਰੇ ਕੋਲੇ, मैं बड़ा बली है। कहते अंध करो दृगवंतन को, सतवंतन को बदरो कर डारो, चितवंतन को सो धीर हारो। क्रोध अपना बल दिखाता है, अपने राजे मोह नूं कहता तुसीं कहने जी विवेक राजे दे बड़े 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 सैनापति बड़े सूरवीर है, ਉਹਦੇ ਕੋਲੇ ਸੰਤੋਖ ਸੂਰਬੀਰ ਹੈ, ਉਹਦੇ ਕੋਲੇ ਖਿਮਾ ਰੂਪੀ ਬੜੀ ਸੂਰਮਤਾਈ ਹੈ, ਉਹਦੇ ਕੋਲੇ ਸਤ ਰੂਪੀ ਸੂਰਮਾ ਹੈਗਾ ਹੈ। ਤੇ ਇਸੇ ਤਰ੍ਹਾਂ ਜਿੰਨੇ ਦੈਵੀ ਕੌਣ ਹੈ ਬੜੇ ਬੜੇ ਉਹਦੇ ਕੋਲੇ ਸੂਰਬੀਰ ਬਹਾਦਰ ਨੇ। ਕਹਿੰਦੇ ਉਹਨਾਂ ਦੇ ਅੱਗੇ ਮੈਂ ਹੀ ਇਕੱਲਾ ਬੜਾ ਤਕੜਾ ਹਾਂ। ਮੈਂ ਜਦੋਂ ਕਿਸੇ ਮਨੁੱਖ ਦੇ ਅੰਦਰ ਆ ਜਾਵਾਂ ਕਹਿੰਦੇ ਫਿਰ ਇਸ ਮਨੁੱਖ ਨੂੰ ਕਹਿੰਦੇ ਦਿਸਦਾ ਨਾ ਮੈਂ ਉਹਨੂੰ ਅੰਨਾ ਕਰ ਦਿੰਦਾ ਹਾਂ। ਤੇ ਜਿਹਨੂੰ ਚੰਗਾ ਭਲਾ ਸਮਝਦਾ ਉਹਨੂੰ ਮੈਂ ਭੋਲਾ ਕਰ ਛੱਡਦਾ ਹਾਂ। ਜਿਹੜਾ ਬੜਾ ਧੀਰਜ ਬਾਣੀ ਬਣਦਾ ਮਨੁੱਖ ਉਹਦਾ ਧੀਰਜ ਨਾਸ ਕਰ ਦਿੰਦਾ ਹਾਂ। ਤੇ ਮੇਰੇ ਹੁੰਦਿਆਂ ਵਿਵੇਕ ਰਾਜਾ ਭਲਾ ਸਾਨੂੰ ਕਿਵੇਂ ਜਿੱਤੇ, ਕਿਵੇਂ ਸਾਡੇ ਹਾਵੀ ਹੋ ਜਾਏਗਾ। ਵਿਵੇਕ ਹੋਣੀ ਕੌਣ ਹੈ ਵੀ ਇੱਥੇ ਰਾਜ ਭਾਗ ਕਰਨ, ਇੱਥੇ ਉਹਨਾਂ ਦਾ ਬੋਲਬਾਲਾ ਹੋਵੇ, ਅਸੀਂ ਨਹੀਂ। ਤੇ ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ 8 ਪਹਿਰ ਹਨ ਇਹਨਾਂ ਵਿੱਚ ਇਹਨਾਂ 8 ਦਾ ਵੀ ਗੁਰਸਿੱਖੋ ਖੰਡਨ ਕਰਨਾ ਚਾਹੀਦਾ, ਇਹਨਾਂ ਨੂੰ ਭਾਵ ਰੱਖਣਾ ਚਾਹੀਦਾ ਹੈ। ਨਾਵਾ ਖੰਡ ਸਰੀਰ, ਨੌਵਾਂ ਜਿਹੜਾ ਸਰੀਰ ਦਾ ਦੇਹ ਅਭਿਮਾਨ ਹੈ। ਜਦੋਂ ਇਹ ਫਿਰ ਦੇਹ ਅਭਿਮਾਨ ਆਉਂਦਾ ਨਾ ਫਿਰ ਸਣੇ ਕੱਪੜੇ, ਸੁਣੇ ਟੋਪੇ, ਸੁਣੇ ਜੁੱਤੇ ਖੁਦਾ ਬਣਦਾ ਹੈ। ਫਿਰ ਕਾਨੇ ਵਾਂਗੂ ਇਹ ਕਹਿੰਦਾ ਉਹ ਹੀਰੇ ਮੈਂ ਉਹ ਹੀਰੇ, ਬੇਜ ਆਖੋ ਵੇਦ ਪੁਰਾਣ ਸਭ ਖੋਜਿਆ, ਖੋਜ ਤੇ ਖੋਜ ਨਾ ਹੋਈ। ਇਹ ਦੇਹ ਅਭਿਮਾਨ ਦਾ ਬੋਲਬਾਲਾ ਹੈ। ਅਹੰ ਬ੍ਰਹਮ ਅਸਮੀ, ਅਸੀਂ ਬ੍ਰਹਮ ਰੂਪ ਹਾਂ ਜੀ। ਇਸ ਤਰ੍ਹਾਂ ਕਹਿੰਦੇ ਜਿਹੜਾ ਸਰੀਰ ਦੇ ਅੰਦਰ ਦੇਹ ਅਭਿਮਾਨ ਹੈ ਇਹ ਨੌਵਾਂ ਹੈ। ਇਹਦਾ ਵੀ ਕਹਿੰਦੇ 8 ਪਹਿਰਾਂ ਵਿੱਚ ਹੀ ਖੰਡਨ ਕਰਨਾ ਚਾਹੀਦਾ। 8 ਦੇ ਨਾਲ ਦੇਹ ਅਭਿਮਾਨ ਨਹੀਂ ਆਉਣਾ ਚਾਹੀਦਾ, ਦੇਹ ਅਭਿਮਾਨੀ ਨਹੀਂ ਬਣਨਾ ਚਾਹੀਏ। ਜਿਸ ਵਿੱਚ ਨੌ ਨਿਧ ਨਾਮ ਏਕ। ਹਾਂ ਇਸੇ ਤਰ੍ਹਾਂ ਮਾਰਾ ਹੋਰ ਵੀ ਬ੍ਰਹਮ ਵਿਚਾਰ ਦੱਸੋ। ਇਸ ਵਿੱਚ ਕਹਿ ਰਹੇ 8 ਪਹਿਰੀ ਕਹਿੰਦੇ 8 ਨੂੰ ਪਹਿਨ ਕੇ ਰੱਖਣਾ, ਪਹਿਰ ਕੇ ਰੱਖਣਾ ਯਾਨੀ ਧਾਰਨ ਕਰਕੇ। ਕੱਪੜੇ ਅਸੀਂ ਪਹਿਨਦੇ ਹਾਂ ਨਾ, ਪਾ ਕੇ ਰੱਖਦੇ ਹਾਂ, ਧਾਰਨ ਕਰਕੇ ਰੱਖਦੇ ਹਾਂ। ਇਸ ਤਰ੍ਹਾਂ ਜਿਹੜੇ 8 ਨੇ ਨਾ ਉਹਨਾਂ ਨੂੰ ਪਹਿਨ ਕੇ ਰੱਖਣਾ ਚਾਹੀਦਾ, ਹਮੇਸ਼ਾ ਧਾਰਨ ਕਰਕੇ ਰੱਖਣਾ ਚਾਹੀਦਾ ਹੈ। ਉਹ ਕਿਹੜੇ ਨੇ 8? ਉਹ ਅਤਰੰਗ ਸਾਧਨ ਤੇ ਬਹਿਰੰਗ ਸਾਧਨ ਨੇ। ਵਿਚਾਰ ਸਾਗਰ ਵਿੱਚ ਇਹ ਸਾਰਾ ਖੋਲ ਖੋਲ ਕੇ ਲਿਖਿਆ ਹੋਇਆ ਹੈ। ਇੱਥੇ ਥੋੜ੍ਹੇ ਰੂਪ ਵਿੱਚ ਉਹ 4 ਨੇ। ਅੰਤਰੰਗ ਵਿਵੇਕ ਹੈ, ਬੈਰਾਗ ਹੈ, ਖੜ ਸੰਪਤੀ ਹੈ, ਮੋਖ ਇੱਛਾ ਹੈ। ਇਹ ਅੰਤਰੰਗ ਨੇ, ਅੰਦਰਲੇ ਨੇ। ਤੇ ਇੱਕ ਨੇ ਬਹਿਰੰਗ ਸਾਧਨ ਜੋ ਬਾਹਰੋਂ, ਜਿਵੇਂ ਸਰਵਣ ਹੈ ਉਹ ਗੁਰੂ ਦੁਆਰਾ ਸੁਣਨਾ। ਇਹ ਉਹ ਸੁਣਨਾ ਦਾ ਵੀ ਇੱਕ ਤਾਂ ਹੁੰਦਾ ਨਾ ਐਵੇਂ ਆ ਜਿਵੇਂ ਕੰਨ ਰਸੀ ਹੁੰਦੀ ਹੈ, ਇੱਕ ਹੁੰਦਾ ਵੀ ਉਹ ਗੁਰੂ ਦੁਆਰਾ ਸੁਣਨਾ। ਜੋ ਗੁਰੂ ਕਹਿ ਰਹੇ ਉਹ ਸੁਣਨਾ, ਸ਼ਰਧਾ ਭਾਵਨਾ ਨਾਲ ਸੁਣਨਾ, ਧਿਆਨ ਦੇ ਕੇ ਸੁਣਨਾ। ਫਿਰ ਸੁਣ ਕੇ ਉਹਨੂੰ ਮਨ ਵਿੱਚ ਵਸਾ ਲੈਣਾ, ਉਹ ਹੁੰਦਾ ਸੁਣਨਾ। ਜਿਹੜਾ ਐਸ ਕੰਨ ਸੁਣਿਆ ਤੇ ਦੂਜੇ ਕੰਨ ਵਿੱਚੋਂ ਕੱਢਤਾ, ਉਹਦੇ ਤੇ ਅਮਲ ਨਾ ਕੀਤਾ, ਉਹ ਸੁਣਿਆ ਨਹੀਂ ਕਿਹਾ ਜਾ ਸਕਦਾ ਹੈ। ਵੀ ਉਹ ਤਾਂ ਸੁਣਿਆ, ਮੰਨਿਆ, ਮਨ ਕੀਤਾ ਭਾਵ। ਇਸ ਤਰ੍ਹਾਂ ਵੀ ਜਿਹੜਾ ਸਰਵਣ ਹੈ, ਫਿਰ ਸੁਣਨ ਤੋਂ ਬਾਅਦ ਮੰਨਣਾ ਹੈ ਉਹਦਾ, ਫਿਰ ਨਿਧਿਆਸਨ ਹੈ, ਫਿਰ ਤੱਤੋਂ ਦਾ ਸੋਧਨ ਹੈ।
ਵੀ ਤਤ ਕੀ ਹੈ, ਤੂੰ ਕੀ ਹੈ, ਜੀਵ ਕੀ ਹੈ, ਈਸ਼ਰ ਕੀ ਹੈ। ਇਹ ਦੋਹਾਂ ਦਾ ਸੋਧਨ ਕਰਨਾ, ਵਿਚਾਰ ਕਰਨਾ, ਇਹਨੂੰ ਤੱਤਵੋਂ ਦਾ ਸੋਧਨ ਕਰਨਾ। ਵਿਚਾਰ ਕਰਨਾ ਵੀ ਜਿਹੜਾ ਇਹ ਜੀਵ ਬ੍ਰਹਮ ਦਾ ਸਰੂਪ ਹੈ, ਉਸੇ ਦੀ ਅੰਸ਼ ਹੈ। ਇਹ ਜਿਹੜਾ ਈਸ਼ਰ ਹੈ ਇਹ ਵੀ ਬ੍ਰਹਮ ਹੈ, ਇਹ ਦੋਵੇਂ ਇੱਕੋ ਰੂਪ ਨੇ। ਐਸਾ ਜਿਹੜਾ ਕਰਨਾ ਹੈ ਜੀਵ ਈਸ਼ਰ ਬ੍ਰਹਮ ਸਰੂਪ ਉਸੇ ਦੀ ਅੰਸ਼ ਹਨ। ਇਹਨੂੰ ਕਹਿੰਦੇ ਤੱਤਵੋਂ ਦਾ ਸੋਧਨ। ਉਹ ਬਦਾਂਤੀਆਂ ਨੇ ਇਹੋ ਜਿਹੇ ਲਫ਼ਜ਼ ਘੜੇ ਹੋਏ ਹੈ ਵੀ ਜਿੰਨਾ ਚਿਰ ਮਨੁੱਖ ਕਿਸੇ ਉਸਤਾਦ ਦੁਆਰਾ ਨਹੀਂ ਪੜ੍ਹਦਾ ਹੈ, ਵਿਦਿਆਰਥੀ ਨੂੰ ਉਹਨਾਂ ਚਿਰ ਉਹਨੂੰ ਨਹੀਂ ਪਤਾ ਚੱਲਦਾ ਵੀ ਤੱਤੋਂ ਸੋਧਨ ਕਾਹਦੇ ਨਾਲ ਖਾਈਦਾ, ਕੀ ਹੁੰਦਾ ਹੈ। ਜੀਵ ਕੀ ਹੈ, ਈਸ਼ਰ ਕੀ ਹੈ, ਇਹਦਾ ਸੋਧਨ ਕਰਨਾ, ਵਿਚਾਰ ਕਰਨਾ, ਇਹਦਾ ਨਾਮ ਤੱਤੋਂ ਦਾ ਸੋਧਨ ਹੈ। ਇਸੇ ਤਰ੍ਹਾਂ ਤੂੰ ਦਾ ਲੱਖ ਅਰਥ, ਤਤ ਪਦ ਦਾ ਲੱਖ ਅਰਥ। ਉਹ ਵੀ ਹੁਣ ਜਦੋਂ ਕੋਈ ਇਹੋ ਜਿਹੇ ਲਫ਼ਜ਼ ਬੋਲਦਾ ਹੈ ਜਿਹਨੇ ਕਿਤੇ ਕਥਾ ਨਹੀਂ ਸੁਣੀ ਹੁੰਦੀ, ਉਹ ਕਹਿੰਦੇ ਇਹ ਕੀ ਕਹੀ ਜਾਂਦਾ ਹੈ, ਤਤ ਪਦ ਦਾ ਲੱਖ ਅਰਥ ਕੀ ਹੁੰਦਾ, ਤੂੰ ਪਦ ਦਾ ਲੱਖ ਕੀ ਅਰਥ ਹੁੰਦਾ ਹੈ। ਉਹ ਤੂੰ ਪਦ ਦਾ ਇੱਕ ਤਾਂ ਸ਼ਕਤੀ ਬਿਰਤੀ ਕਰਕੇ ਅਰਥ ਹੈ ਵੀ ਉਹ ਤੂੰ ਕਹੋ ਜੀਵ ਕਹੋ। ਜਿੱਥੇ ਤਤ ਹੋਊਗਾ ਉੱਥੇ ਤਤ ਪਦ ਦਾ ਸ਼ਕਤੀ ਬਿਰਤੀ ਕਰਕੇ ਜਿਹੜਾ ਅਰਥ ਹੈ ਈਸ਼ਰ ਹੈ। ਇੱਕ ਹੁੰਦਾ ਲੱਖ ਪਦ ਵੀ ਉਹ ਨਿਰਣੇ ਨਾਲ ਸ਼ੁੱਧ, ਲੱਖ ਕਹੋ ਸ਼ੁੱਧ ਕਹੋ, ਸ਼ੁੱਧ ਇਹ ਤੂੰ ਪਦ ਦਾ ਜਿਹੜਾ ਲੱਖ ਅਰਥ ਸ਼ੁੱਧ ਅਰਥ ਉਹ ਬ੍ਰਹਮ ਹੈ। ਤਤ ਪਦ ਦਾ ਜਿਹੜਾ ਲੱਖ ਅਰਥ ਹੈ, ਸ਼ੁੱਧ ਅਰਥ ਹੈ, ਵਾਸਤਵ ਅਰਥ ਹੈ, ਈਸ਼ਰ ਹੈ। ਇਹ ਦੋਵੇਂ ਇੱਕੋ ਰੂਪ ਹੈ, ਈਸ਼ਰ ਤੇ ਜੀਵ। ਇਸ ਤਰ੍ਹਾਂ ਇਹ ਤੱਤਵੋਂ ਦਾ ਸੋਧਨ ਕਰਨਾ, ਇਹਨੂੰ ਕਹਿੰਦੇ ਸਰਵਣ ਮੰਨਣ ਨਿਧਿਆਸਨ ਤੱਤਵੋਂ ਦਾ ਸੋਧਨ। ਇਹ 8 ਨੇ। ਉਹ ਪ੍ਰੇਮ, ਵਿਵੇਕ, ਵਿਰਾਗ, ਘੜ ਸਮਝੀ, ਮੋਖ, ਇੱਛਾ, ਇਹ 4। ਇਸੇ ਤਰ੍ਹਾਂ ਸਰਵਣ ਮੰਨਣ ਨਿਧਿਆਸਨ ਤੱਤਵੋਂ ਦਾ ਸੋਧਨ। ਇਹ 8 ਨੂੰ ਕਹਿੰਦੇ ਪਹਿਰਨਾ ਚਾਹੀਦਾ, ਧਾਰਨਾ ਚਾਹੀਦਾ ਹੈ। ਤੇ 8 ਖੰਡ, 8 ਦਾ ਖੰਡਨ ਕਰਨਾ ਚਾਹੀਦਾ, ਅਭਾਵ ਕਰਨਾ ਚਾਹੀਦਾ। ਉਹ ਕੀ ਹੈ? ਉਹ ਸ਼ਬਦ ਹੈ, ਸਪਰਸ਼ ਹੈ, ਰੂਪ ਹੈ, ਰਸ ਹੈ, ਗੰਧ ਹੈ। ਇਸੇ ਤਰ੍ਹਾਂ ਅਸਤ, ਜੜ, ਦੁੱਖ, ਰੂਪ, ਇਹ ਜਿਹੜੇ 3 ਨੇ ਇਹ 8 ਹੋ ਗਏ ਨੇ। ਜਾਂ ਸੁਤਵਿਤ ਲੋਕ, ਈਖਣਾ, ਤੀਨੀ, ਪੁੱਤਰ ਦੀ ਵਾਸ਼ਨਾ, ਲੋਕਾਂ ਦੀ ਸ਼ੋਭਾ ਲੋਲਣੀ, ਇੱਛਾ ਵੀ ਲੋਕ ਵਡਿਆਈ ਕਰਨ, ਮੇਰੇ ਘਰੇ ਬੜੀ ਮਾਇਆ ਹੋਵੇ, ਖੁੱਲੇ ਗੱਫੇ ਹੋਣ। ਇਹੋ ਜਿਹੀ ਜਿਹੜੀ ਤੀਬਰ ਇੱਛਾ ਹੈ 3 ਤਰ੍ਹਾਂ ਦੀ ਹਰ ਇੱਕ ਦੇ ਹੁੰਦੀ ਹੈ। ਇਸ ਕਰਕੇ ਜਿਹੜੇ ਕੋਈ 3 ਤਰ੍ਹਾਂ ਦੀ ਵਾਸ਼ਨਾ ਹੈ ਜਾਂ ਅਸਤ, ਜੜ, ਦੁੱਖ, ਰੂਪ, ਇਹ ਜਿਹੜੇ ਨੇ ਸ਼ਬਦ, ਸਪਰ, ਰੂਪ, ਰਸ, ਗੰਧ, 5 ਨੇ, 8 ਬਣ ਗਏ। ਇਹਨਾਂ ਦਾ 8 ਦਾ ਕਹਿੰਦੇ ਖੰਡਨ ਕਰੇ। ਨਾਵਾ ਖੰਡ ਸਰੀਰ। ਹਾਂ, 9ਵਾਂ ਜਿਹੜਾ ਕੋਈ ਦੇਹ ਅਧਿਆਸ ਹੈ ਨਾ ਸਰੀਰ ਵਿੱਚ ਵੀ ਮੈਂ ਦੇਹ ਰੂਪ ਹਾਂ, ਇਹਦਾ ਵੀ ਖੰਡਨ ਕਰੇ 8 ਪਹਿਰਾਂ ਵਿੱਚ। ਇਸ ਵਿੱਚ 9 ਨਿਧ ਨਾਮ ਏਕ। ਫਿਰ ਜਿਹੜਾ ਸਰੀਰ ਹੈ ਨਾ ਇਹਦੇ ਵਿੱਚ ਇੱਕ ਕਹਿੰਦੇ 9 ਨਿਧੀਆਂ ਦੇ ਦੇਣ ਵਾਲਾ ਵਾਹਿਗੁਰੂ ਦਾ ਨਾਮ ਹੈ। ਜਿਹੜੇ 9 ਖਜ਼ਾਨੇ ਬਸਦਾ, ਅਸਨ ਬਸਨ ਭੂ ਕਨਕ ਫਨ, ਦਾਸੀ ਚੋਬ ਗੁਲਾਮ, ਰਥਵਾਹੇ ਹੰਡਵਾਹੇ ਜਾਨੀਏ, ਜੇ ਨੇ ਉਹਨਾਂ ਕੇ ਨਾ। 9 ਖਜ਼ਾਨੇ ਹਰ ਇੱਕ ਭਾਲਦਾ ਹੈ। ਅਸਨ ਤਰ੍ਹਾਂ ਦੇ ਭੋਜਨ ਵੀ ਚਾਹੁੰਦਾ ਹੈ ਵੀ ਰੋਜ਼ ਨਵੇਂ ਤਰ੍ਹਾਂ ਦੇ ਹੋਣ ਭੋਜਨ। ਇਹ ਸਾਰੇ ਮਿਲ ਜਾਣੇ, ਮਨ ਭਾਉਂਦੇ ਭੋਜਨ ਸਮਝ ਲਓ ਇੱਕ ਖਜ਼ਾਨਾ ਮਿਲ ਗਿਆ। ਅਸਨ ਤੇ ਬਸਨ, ਬਸਨ 9 ਵਸਤਰਾਂ ਦਾ ਹੈ। ਮਨ ਭਾਉਂਦੇ ਜਿਹੜੇ ਤਰ੍ਹਾਂ ਦੇ ਪਹਿਨਣ ਲਈ ਵਸਤਰ ਮਿਲ ਜਾਣੇ। ਇਹ ਤਾਂ ਹੁੰਦਾ ਨਾ ਇੱਕੋ ਹੀ ਝੱਗਾ, ਇੱਕ ਹੈ ਵੀ ਰੋਜ਼ ਜਿਹੜਾ ਕੋਈ ਚਾਹੇ ਉਹ ਨਹੀਂ ਮਿਲ ਜਾਣੇ। ਇਹ ਵਸਤਰਾਂ ਦਾ ਖਜ਼ਾਨਾ ਮਿਲ ਜਾਣਾ, ਇੱਕ ਇਹ ਨਿਧੀ ਹੈ। ਤੇ ਕਨਕ ਸੋਨਾ ਖੁੱਲਾ ਵੀ ਉਹ ਪਹਿਨਣ ਪੁੰਨਣ ਦੇ ਜਿਹੜੇ ਕੋਈ ਕੰਨਾਂ ਵਿੱਚ
सिर ते पैरां च गल गुल च ये सारा कुछ है पूरा सोना पहनण नूं मिल जाना। समझ लो ये तीजा खजाना है। कनक भू ते खुली डुली जमीन जायदाद मिल जानी। इस तरह ये चौथा समझ लो निधि मिल गई है। ते दास ते दासियां मिल जानियां ते चौबदार बरछे बुरछे फड़ के मूहरे जाण वाले भी आ रहे है जी। अजकल वाडी गार्ड होंदे ना चाहते रखिया करने वाले। इस तरह कहते ये होने इधर उधर जान समय चौबदार होने ते गुलाम होने मुफ्त दे काम करने वाले। देना देना कुछ नहीं पर रोटी खवा के सारी दिहाड़ी काम कराई जाना। ये मुफ्त दे काम होने ये भी कहते बहुत घट मिलते हैं। जिवें इत्थे महाराज ने कृपा की साधुआं ने पंगती की। इत्थे गुलाम बथेरे है टहलूए मिले हुए है। दुध लियाई जाता है, कोई प्रशादे लियाई जाता है, कोई झाड़ू भाड़ू दई जाता है। सिर्फ प्रशादा ही छकना इन्होंने। यानी सारी दिहाड़ी इन्होंने मरना है। तो सिर्फ है भी चलो ये भी साधुआं का स्थान है कि इत्थे असीं करांगे सानू कुछ ना कुछ अखीर ते साडी सहायता होगी, बरत होगी। यही मुफ्त गला मरदा है। ਜਿਹਦੇ ਕੋਲ ਹੈਗਾ ਉਹ ਕਹਿੰਦਾ ਵੀ ਉੱਥੇ ਮੈਨੂੰ 1500 ਮਿਲਦਾ ਹੈ, ਇੱਥੇ ਮੈਂ ਕਿਉਂ ਮਰਾਂ। ਉਹ ਸਿਰਫ ਇਸ ਤਰ੍ਹਾਂ ਵੀ ਮੁਫਤ ਦੇ ਕੰਮ ਕਰਨ ਵਾਲੇ ਮਿਲ ਜਾਣੇ। ਇਹ ਪਰਮੇਸ਼ਰ ਦੇ ਨਾਮ ਵਿੱਚ ਹੈ ਸਾਰੀਆਂ ਸਿਫਤਾਂ ਵੀ ਇਹ ਖਜ਼ਾਨੇ ਦੇ ਦਿੰਦਾ ਹੈ। ਮੁਫਤ ਦੇ ਕੰਮ ਕਰਨ ਵਾਲੇ ਮਿਲ ਜਾਂਦੇ ਉਹਨੂੰ। ਇਸ ਤਰ੍ਹਾਂ ਰਸਵਾਹੇ ਹੰਡਵਾਹੇ ਜਾਣੀ ਹੈ। ਫਿਰ ਰਸਾਂ ਵਾਲੀਆਂ ਸਵਾਰੀਆਂ ਮਿਲ ਜਾਣਗੀਆਂ। ਅੱਜ ਕੱਲ੍ਹ ਉਹ ਨਵੀਂ ਢੰਗ ਦੀਆਂ ਸਵਾਰੀਆਂ ਆ ਗਈਆਂ, ਮਰੂਤੀਆਂ ਮਰਾਤੀਆਂ ਦੀਆਂ ਆ ਗਈਆਂ, ਕੁਐਲਸ ਆ ਗਈਆਂ, 100 ਰੁਪਏ ਗੱਡੀ ਹੈ ਜੀ, ਉਹ ਆ ਜੀ, ਸੈਂਕੜੇ ਸਵਾਰੀਆਂ। ਤੇ ਹੰਡਵਾਹੇ ਨਾ ਹੰਡੋਲੇ ਹੈ। ਉਹ ਅੱਜ ਕੱਲ੍ਹ ਹਵਾਈ ਜਹਾਜ਼ ਜੁੜ ਗਏ, ਹੈਲੀਕਾਪਟਰ ਆ ਗਏ ਨੇ। ਇਹ ਹੰਡਵਾਹਿਆਂ ਦੇ ਥਾਂ ਹੰਡੋਲਿਆਂ ਦੇ ਥਾਂ ਆ ਗਏ ਨੇ। ਵੀ ਇਹ ਵੀ ਹੈ, ਇਹ ਇੱਕ ਖਜ਼ਾਨਾ ਵੀ। ਇਹ ਸਵਾਰੀਆਂ ਜਦੋਂ ਕਿਤੇ ਸੁੱਖ ਦੀ ਸਵਾਰੀ ਚਾਹਣਾ ਤਾਂ ਪਾਲਕੀ ਤੇ ਚੜ੍ਹ ਜਾਣਾ। ਜਦੋਂ ਛੇਤੀ ਦੀ ਹੈ ਫਿਰ ਹੰਡੋਲੇ ਤੇ ਹਵਾਈ ਜਹਾਜ਼ ਤੇ। ਇਹ ਸਾਰੀਆਂ ਨਿਧੀਆਂ ਹਨ, ਇਹ ਖਜ਼ਾਨੇ ਹੈ ਮਨੁੱਖ ਦੀ ਸਹੂਲਤ ਲਈ। ਇਸ ਤਰ੍ਹਾਂ ਇਹ ਸਰੀਰ ਦੇ ਅੰਦਰ ਕਹਿੰਦੇ 9 ਨਿਧੀਆਂ ਦੇਣ ਵਾਲਾ ਇੱਕ ਵਾਹਿਗੁਰੂ ਦਾ ਨਾਮ ਹੈ। ਭਲ ਹੈ ਗੁਣੀ ਗਹੀਰ। ਕਹਿੰਦੇ ਜਿਹੜੇ ਕੋਈ ਇਹ ਭਾਲ ਲੈਂਦੇ ਨਾ, ਇਹ ਨਾਮ ਨੂੰ ਲੱਭ ਲੈਂਦੇ ਸਰੀਰ ਵਿੱਚੋਂ, ਉਹ ਗੁਣਾਂ ਦੇ ਗਹੀਰ ਬਣ ਜਾਂਦੇ ਹੈ, ਗੁਣਾਂ ਦੇ ਸਮੁੰਦਰ ਬਣ ਜਾਂਦੇ ਹੈ। ਕਿਉਂਕਿ ਗੁਣਾਂ ਦਾ ਸਮੁੰਦਰ ਵਾਹਿਗੁਰੂ ਹੈ। ਜਿੱਥੇ ਨਾਮ ਆ ਗਿਆ ਹੈ ਉੱਥੇ ਨਿਧੀਆਂ ਵੀ ਆਉਣਗੀਆਂ ਤੇ ਨਾਲ ਹੀ ਨਿਧੀਆਂ ਦੇ ਮਾਲਕ ਨੇ ਆ ਜਾਣਾ, ਪਰਮੇਸ਼ਰ ਨੇ ਆ ਜਾਣਾ ਹੈ। ਇਸ ਕਰਕੇ ਉਹ ਗੁਣਾਂ ਦੇ ਗਹੀਰ, ਗੁਣਾਂ ਦੇ ਸਮੁੰਦਰ ਬਣ ਜਾਂਦੇ, ਵਾਹਿਗੁਰੂ ਦਾ ਰੂਪ ਬਣ ਜਾਂਦੇ ਹਨ। ਕਰਮਵੰਤੀ ਸਾਲਾਹਿਆ। ਜਿਹੜੇ ਕੋਈ ਕਰਮਵੰਤੀ ਕਰਮਾਂ ਵਾਲੇ ਨੇ ਨਾ, ਜਿਨ੍ਹਾਂ ਤੇ ਵਾਹਿਗੁਰੂ ਦੀ ਗੁਰੂ ਦੀ ਕਿਰਪਾ ਹੋਈ ਹੈ, ਉਹ ਕਿਰਪਾ ਵਾਲਿਆਂ ਨੇ ਸਲਾਇਆ ਨਾਮ ਤਾਈਂ। ਨਾਨਕ ਕਰ ਗੁਰ ਪੀਰ। ਇਸ ਤਰ੍ਹਾਂ ਜੋ ਹਿੰਦੂਆਂ ਦੇ ਗੁਰੂ ਹੈ ਤੇ ਮੁਸਲਮਾਨਾਂ ਦੇ ਪੀਰ ਹਨ। ਉਹ ਕੌਣ? ਗੁਰੂ ਨਾਨਕ ਸਾਹਿਬ ਜੀ ਜਾਂ ਹਰ ਪੀਰ ਜਗਤ ਗੁਰ ਬਾਬਾ, ਵੀ ਉਹਨਾਂ ਨੂੰ ਗੁਰੂ ਧਾਰਨ ਕਰਕੇ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦੂ ਗੁਰੂ ਕਹਿੰਦੇ ਸੀ, ਮੁਸਲਮਾਨ ਪੀਰ ਤੇ ਸਿੱਖਾਂ ਦੇ ਗੁਰੂ ਪੀਰ ਇਕੱਠੇ ਹੀ ਹੈ। ਇਹ ਗੁਰੂ ਵੀ ਕਹਿ ਦਿੰਦੇ, ਪੀਰ ਵੀ ਕਹਿ ਦਿੰਦੇ ਆ ਸਿੱਖ। ਇਹ ਸਾਡੇ ਪੀਰ ਵੀ ਗੁਰੂ ਨਾਨਕ ਹੈ। ਜਿਵੇਂ ਮੁਸਲਮਾਨਾਂ ਦੇ ਹੁੰਦੇ, ਹਿੰਦੂਆਂ ਦੇ ਜਿਹੜੇ ਗੁਰੂ ਹੈ ਉਹ ਵੀ ਸਾਡੇ ਗੁਰੂ ਵੀ ਗੁਰੂ ਨਾਨਕ ਹੈ। ਉਹ ਦੋਵੇਂ ਹੀ ਹੈ। ਉਹ ਜਿਹੜੇ ਗੁਰੂ ਪੀਰ ਨੇ ਗੁਰੂ ਨਾਨਕ ਨੂੰ ਧਾਰਨ ਕਰਕੇ ਇਹ ਜਿਨ੍ਹਾਂ ਨੇ ਸਲਾਹਿਆ ਹੈ ਉਹ ਕਰਮਾਂ ਵਾਲੇ, ਪਰਮੇਸ਼ਰ ਦੇ ਨਾਮ ਦੀ ਸਿਫਤ ਕੀਤੀ ਹੈ। ਉਹ ਗੁਰੂ ਪੀਰ ਗੁਰੂ ਨਾਨਕ ਕਿਉਂ? ਵੀ ਹੋਰ ਗੁਰੂ ਥੋੜ੍ਹੇ ਹੈਗੇ ਵੀ ਉਹਨਾਂ ਨੂੰ ਕਰਕੇ ਸਲਾਹ ਲਏ। ਹੋਰਨਾਂ ਨੇ ਤਾਂ ਇਹ ਸਲਾਉਣ ਨਹੀਂ ਦੇਣਾ ਪਰਮੇਸ਼ਰ ਦਾ ਨਾਮ। ਉਹ ਤਾਂ ਕਹਿਣਗੇ ਮੇਰੋ ਹੀ ਨਾਮ ਜਪੋ ਦਿਨ ਰਾਤ ਸਰ, ਸਾਡਾ ਨਾਮ ਜਪੋ ਦਿਨ ਰਾਤ। ਤੁਸੀਂ ਦੇਖ ਲਓ ਉਹਨਾਂ ਨੇ ਆਪਣੇ ਨਾਮ ਜਪਾ ਰਹੇ। ਕਹਿੰਦਾ ਵੀ ਪਰਮੇਸ਼ਰ ਵੀ
ਵਾਹਿਗੁਰੂ ਵਾਹਿਗੁਰੂ ਜਪੋ, ਵੀ ਪਰਮੇਸ਼ਰ ਦਾ ਨਾਮ ਜਪੋ। ਜਿੰਨੇ ਹੋਏ ਆ ਸਭ ਆਪਣਾ ਨਾਮ ਜਪਾਉਂਦੇ ਆ। ਗੁਰੂ ਕਲਗੀਧਰ ਜੀ ਨੂੰ ਪਰਮੇਸ਼ਰ ਨੇ ਕਿਹਾ ਹੈ ਵੀ ਬੇਅੰਤ ਇੱਥੇ ਜਾ ਭੇਜੇ ਆ ਵੀ ਮੇਰਾ ਨਾਮ ਜਪਾਓ। ਕਹਿੰਦੇ ਉੱਥੇ ਜਾ ਕੇ ਮੇਰਾ ਨਾਮ ਭੁੱਲ ਜਾਂਦੇ, ਆਪਣਾ ਜਪਾਉਣਾ ਸ਼ੁਰੂ ਕਰ ਦਿੰਦੇ। ਮੇਰਾ ਧਿਆਨ ਦੱਸਣਾ ਛੱਡ ਕੇ ਆਪਣਾ ਧਿਆਨ ਕਹਿੰਦੇ ਵੀ ਇਹ ਧਰੋ ਜੀ ਸਾਡਾ। ਇਸ ਕਰਕੇ ਇੱਕ ਗੁਰੂ ਨਾਨਕ ਸਾਹਿਬ ਆਏ ਨੇ, ਉਹਨਾਂ ਨੇ ਕਿਹਾ ਵੀ ਭਾਈ ਵਾਹਿਗੁਰੂ ਵਾਹਿਗੁਰੂ ਜਪੋ, ਸੰਗਤ ਵਿੱਚ ਬੈਠ ਕੇ ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋ। ਬਾਕੀ ਦੇ ਸਭ ਆਪਣੇ ਗੱਫੇ ਹੀ ਲਾਉਂਦੇ ਆ, ਉਹ ਆਪਣੇ ਥਾਂ। ਦੂਜੇ ਤੀਜੇ ਨੂੰ ਕਹਿੰਦੇ ਨਹੀਂ ਵੀ ਇਹ ਤੂੰ ਸਾਡੇ ਫਿਰਕੇ ਦਾ, ਸਾਡੇ ਪੰਥ ਦਾ ਨਹੀਂ, ਸਾਡੀ ਪੰਗਤ ਵਿੱਚ ਨਹੀਂ ਬਹਿ ਸਕਦਾ, ਬਾਹਰ ਨਿਕਲ ਤੂੰ। ਨਹੀਂ ਤਾਂ ਇੱਥੇ ਹੀ ਹੈ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ ਵੀ, ਘਿਓ ਵਾਲੀ ਖੀਰ ਸਾਰਿਆਂ ਨੂੰ। ਗਰੀਬ ਹੈ ਅਮੀਰ ਹੈ, ਭਾਵੇਂ ਅਕਬਰ ਪਾਤਸ਼ਾਹ ਭਾਵੇਂ ਕੋਈ ਹੋਰ ਹੈ, ਸਭ ਨੂੰ ਮਿਲੀ ਜਾਂਦੇ ਗੱਫੇ। ਇਸ ਕਰਕੇ ਇੱਥੇ ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ। ਗੁਰੂ ਨਾਨਕ ਸੋ ਜੋ ਗੁਰਸਿੱਖਾਂ ਦੇ ਪੀਰ ਵੀ ਤੇ ਗੁਰੂ ਹਨ, ਉਹਨਾਂ ਨੂੰ ਧਾਰਨ ਕਰਕੇ ਕਰਮਾਂ ਵਾਲਿਆਂ ਨੇ ਸਲਾਹਿਆ ਨਾਮ। ਇਸ ਕਰਕੇ ਸਾਰੇ ਉਹਨਾਂ ਨੇ ਨੌਦਨੀਆਂ ਹਾਸਲ ਕੀਤੀਆਂ ਹਨ। ਚੌਥਾ ਪਹਿਰ ਸੁਬਾਹ ਕੈ। ਇਹ ਗੁਰਸਿੱਖੋ ਜਿਹੜਾ ਸੁਬਾਹਕ ਇਹ ਸੁਬਾਹ ਦਾ ਚੌਥਾ ਪਹਿਰ ਹੈ, ਜਾਨੀ ਅੰਮ੍ਰਿਤ ਵੇੜਾ ਹੈ। ਸੁਰਤਿਆ ਉਪਜੈ ਚਾਰ। ਜਿਹੜੇ ਕੋਈ ਸੁਰਤ ਵਾਲੇ ਪੁਰਸ਼ ਹੈ, ਹੋਸ਼ ਵਾਲੇ ਹੈ, ਜਿਨ੍ਹਾਂ ਨੂੰ ਗੁਰੂ ਪੀਰ ਦੀ ਕੋਈ ਹੋਸ਼ ਹੈ, ਸਮਝ ਹੈ, ਗਿਆਤ ਹੈ, ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਚਾਉ ਪੈਦਾ ਹੁੰਦਾ ਹੈ, ਯਾਨੀ ਅੰਮ੍ਰਿਤ ਵੇਲੇ ਉੱਠਣ ਦਾ ਉਤਸ਼ਾਹ ਪੈਦਾ ਹੁੰਦਾ। ਉਹ ਜੁਲਜਾ ਚੱਕ ਕੇ ਪਰੇ ਮਾਰਦੇ। ਦੂਜੇ ਜਿਨ੍ਹਾਂ ਦੇ ਅੰਦਰ ਇਹ ਚਾਅ ਹੈ ਨਹੀਂ ਹੈ, ਰੋ ਉਠਾਇਆ ਵੀ ਉਹ ਫਿਰ ਕਸਰ ਮਸਰ ਜਾ ਕਰਦੇ ਆ, ਅੱਖਾਂ ਕੱਢਦੇ ਆ ਵੀ ਇਹ ਤੁਸੀਂ ਕਿਉਂ ਉਠਾਉਣੇ ਸਾਨੂੰ। ਯਾਨੀ ਅੰਦਰ ਚਾਅ ਨਹੀਂ ਨਾ ਹੈਗਾ ਵੀ ਹੈ ਤਾਂ ਚੰਗੀ ਗੱਲ ਕੋਈ ਉਠਾਵੇ, ਪਰ ਉਹਨੂੰ ਬੁਰਾ ਲੱਗਦਾ ਹੈ ਕਿਉਂਕਿ ਸੁਰਤ ਹੈ ਨਹੀਂ ਹੈ, ਹੋਸ਼ ਹੈ ਨਹੀਂ ਹੈ ਵੀ ਅੰਮ੍ਰਿਤ ਵੇੜਾ ਹੈ। ਚਾਹ ਲਾਂਗੀ ਉਠ ਨਾਮ ਜਪ ਨਿਸਵਾਸਰ ਆਰਾਧ। ਵੀ ਜੇ ਅੰਦਰ ਮਨ ਵਿੱਚ ਵਸ ਜਾਏ ਫਿਰ ਤਾਂ ਚਾਉ ਉੱਠੂਗਾ। ਉਹ ਅੰਦਰ ਵਸਿਆ ਨਹੀਂ ਹੈ, ਜਿਸ ਕਰਕੇ ਚਾਅ ਨਹੀਂ ਉੱਠਦਾ ਹੈ। ਇਸ ਕਰਕੇ ਕਹਿੰਦੇ ਜਿਹੜੇ ਕੋਈ ਸੁਰਤ ਵਾਲੇ ਆ ਨਾ ਗਿਆਤ ਵਾਲੇ, ਉਹਨਾਂ ਦੇ ਮਨ ਦੇ ਅੰਦਰ ਚਾਉ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ ਹੈ। ਤਿਨਾ ਦਰਿਆਵਾਂ ਸਿਓ ਦੋਸਤੀ। ਉਹਨਾਂ ਦੀ ਕਹਿੰਦੇ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ ਹੈ। ਜਿੱਥੇ ਖੁੱਲਾ ਜਲ ਵਗਦਾ ਹੈ ਨਾ, ਉੱਥੇ ਜਾ ਕੇ ਫਿਰ ਉਹ ਇਸ਼ਨਾਨ ਕਰਦੇ ਹੈ। ਇਸ ਤਰ੍ਹਾਂ ਉਹਨਾਂ ਦੀ ਦਰਿਆ ਨਾਲ ਦੋਸਤੀ ਹੁੰਦੀ ਹੈ। ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਖੁੱਲੇ ਜਲ ਵਿੱਚ ਖੁੱਲਾ ਇਸ਼ਨਾਨ ਕਰੋ। ਬਾਕੀ ਤਾਂ ਕਹੀ ਜਾਂਦੇ 5 ਇਸ਼ਨਾਨਾਂ ਮਹਾ ਗਿਆਨਾ, ਨਿਤ ਨਹਾਉਣ ਦਾ ਲਿਦਰੀ। 6ਵੀਂ ਵੀ ਨਹੀਂ ਕੋਈ ਗੁਰਮੁਖ ਨਹਾਉਂਦੇ ਸਾਲ ਪਿੱਛੋਂ ਕੋਈ ਉਦਮੀ ਇਹੋ ਜਿਹੇ ਉਹਨਾਂ ਨੇ ਟੋਟਕੇ ਬਣਾਏ ਵੀ ਇਹ ਤਾਂ ਜਿਹੜੇ ਨਿਤਾ ਫਰਤੀ ਨਹਾਉਂਦੇ ਹੈ ਕਹਿੰਦੇ ਉਹ ਤਾਂ ਮੇਰੇ ਦਲਿਦਰੀ ਹੈ। ਦਲਿਦਰੀ ਕਹਿੰਦੇ ਜਿਹੜਾ ਹੁੰਦਾ ਨੂੰ ਮੈਲ ਖੈੜ ਲੱਗੀ ਹੁੰਦੀ ਉਹ ਨਹਾਵੇ ਧੋਵੇ। ਕਹਿੰਦੇ ਜਿਹੜੇ ਗੁਰਮੁਖ 6 ਮਹੀਨਿਆਂ ਪਿੱਛੋਂ ਜਿਹੜਾ ਬਹੁਤ ਕਹਿੰਦੇ ਸਾਲ ਪਿੱਛੋਂ ਨਹਾਉਂਦਾ ਹੈ। ਉਹ ਹੈ ਤਾਂ ਇਹਦੇ ਵਿੱਚ ਜਿਹੜੇ ਕੋਈ ਉਹ 7 ਵਕਤੇ ਉਹਦੇ ਵਿੱਚੋਂ ਪਰਮਾਰਥੀ ਵਿਚਾਰ ਲੈਂਦੇ ਨੇ, ਪਰ ਜਿਹੜਾ ਦੂਜਾ ਲੈਣਾ ਉਹ ਆਪਣੇ ਅਰਥ ਕੱਢੀ ਜਾਂਦਾ ਹੈ। ਇਹ ਜਿਹੜੇ ਕੋਈ ਦਲਿਦਰੀ ਲੋਕ ਹੈ ਨਾ, ਬਹੁਤੇ ਵਿਸ਼ੇ ਲੋਕ ਹਮੇਸ਼ਾ ਨਹਾਉਂਦੇ, ਹਮੇਸ਼ਾ ਵਿਸ਼ੇ ਭੋਗਦੇ ਹੈ। ਵੀ ਜਿਨ੍ਹਾਂ ਦਾ ਗੁਰੂ ਵਾਲੀ ਮੁੱਖ ਹੈ ਉਹ ਕਹਿੰਦੇ 6 ਮਹੀਨਿਆਂ ਵਿੱਚੋਂ ਇਹ ਪਸ਼ੂ ਕਿਰਿਆ ਕਰ ਲੈਂਦੇ ਹੈ। ਜਿਹੜਾ ਕੋਈ ਬਹੁਤਾ ਉਦਮੀ ਹੈ, ਯਾਨੀ 8 ਪੈਰ ਪਰਮੇਸ਼ਰ ਦੇ ਉਦਮ ਵਿੱਚ ਲੰਘਾ, ਉਹ ਸਾਲ ਪਿੱਛੋਂ ਇਸ ਪਸ਼ੂ ਕਿਰਿਆ ਵਿੱਚ ਪ੍ਰਵਿਰਤ ਹੁੰਦਾ ਵੀ ਚਲੋ ਸੰਤਾਨ ਪੈਦਾ ਕਰਨੀ ਹੈ, ਕੋਈ ਬੱਚਾ ਕੁਲ ਦਾ ਦੀਵਾ ਹੋ ਜੋ ਨਹੀਂ। ਇੱਧਰ ਕਹਿੰਦੇ ਨਿਤ ਨਹਾਉਣ ਦਲਿਦਰੀ, ਜਿਹੜੇ ਕੋਈ ਬਹੁਤੇ ਦਲਿਦਰੀ ਬਹੁਤੇ ਕਾਮੀ ਹੈ ਉਹ ਇੱਧਰ ਨਹਾਈ ਜਾਂਦੇ ਨੇ, ਉਹਨਾਂ ਦਾ ਇਹ ਇਸ਼ਨਾਨ ਹੈ। ਇਹ ਹੈ ਬ੍ਰਹਮ ਵਿਚਾਰ। ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾਕੀ ਪਰਮ ਗਤ ਹੋਵੇ। ਇਸ ਤਰ੍ਹਾਂ ਕਹਿੰਦੇ ਤਿੰਨਾਂ ਦਰਿਆਵਾਂ ਸੋਂ ਦੋਸਤੀ। ਉਹਨਾਂ ਫਿਰ ਗੁਰਮੁਖਾਂ ਦੀ ਦਰਿਆਵਾਂ ਦੇ ਨਾਲ ਦੋਸਤੀ ਹੁੰਦੀ, ਨਦੀਆਂ 'ਤੇ ਜਿੱਥੇ ਖੁੱਲ੍ਹਾ ਜਲ ਵਗਦਾ ਉੱਥੇ ਪ੍ਰੀਤੀ ਹੁੰਦੀ ਹੈ।
ਉੱਥੇ ਇਸ਼ਨਾਨ ਕਰਦੇ ਹਨ। ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਤੁਰਵਾਣੀ ਤਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਦਨ ਬੰਦੇ। ਇਸੇ ਤਰ੍ਹਾਂ ਦਰਿਆਓ ਵੀ ਇਹ ਭਾਈ ਗੁਰਦਾਸ ਜੀਆਂ ਦੀ ਵਾਰਾਂ ਵਿੱਚ ਆ ਜਾਂਦਾ ਹੈ। ਉੱਥੇ ਜਾ ਕੇ ਉਹ ਦਰਿਆ ਵਿੱਚ ਇਸ਼ਨਾਨ ਕਰਦੇ ਹੈ। ਸੋ ਇਸੇ ਤਰ੍ਹਾਂ ਉਹ ਅੱਗੇ ਦੱਸ ਰਹੇ ਹਨ, ਮਨ ਮੁਖ ਸੱਚਾ ਨਾਮ। ਇਹ ਮਨ ਮੁਖ ਵੱਖਰਾ ਵੱਖਰਾ। ਜਿੱਥੇ ਵੀ ਮਨ ਦੇ ਨੰਨੇ ਨੂੰ ਸਿਹਾਰੀ ਆ ਜਾਏ ਉੱਥੇ ਪਾਠ ਵੱਖਰਾ ਕਰਨਾ ਹੈ, ਕਿਉਂਕਿ ਇਹਦਾ ਅਰਥ ਵੱਖਰਾ ਹੈ। ਜਿਹਦਾ ਮਨ ਵੱਲੀ ਮੁਖ ਹੈ ਉਹਨੂੰ ਮਨਮੁਖ ਕਹਿੰਦੇ ਹੈ। ਜਿਹਦਾ ਗੁਰੂ ਵੱਲੀ ਮੁਖ ਹੈ ਉਹਨੂੰ ਕਹਿੰਦੇ ਗੁਰਮੁਖ। ਸੋ ਇਸੇ ਤਰ੍ਹਾਂ ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਹੈ, ਜਿਸ ਕਰਕੇ ਉਹ ਉਹਨਾਂ ਦੇ ਮਨ ਵਿੱਚ ਵੀ ਸੱਚਾ ਨਾਂ ਹੁੰਦਾ ਅਤੇ ਮੁਖ ਵਿੱਚ ਵੀ ਸੱਚਾ ਨਾਂ ਹੁੰਦਾ ਹੈ। ਮਨ ਕਰਕੇ ਵੀ ਸੱਚਾ ਨਾਮ ਜਪਦੇ ਹੈ, ਮੁਖ ਕਰਕੇ ਵੀ ਸੱਚਾ ਨਾਮ ਜਪਦੇ ਹੈ। ਇੱਥੇ ਮਨਮੁਖ ਸੱਚਾ ਨਾਂ ਨਹੀਂ ਹੈ ਵੀ ਇਹੋ ਜਿਹੇ ਮਨਮੁਖਾਂ ਦੇ ਅੰਦਰ ਸੱਚਾ ਨਾਂ ਹੁੰਦਾ ਹੈ। ਫਿਰ ਮਨਮੁਖ ਕਾਹਦਾ ਹੋਇਆ? ਜਿਹਦੇ ਮਨ ਅੰਦਰ ਸੱਚਾ ਨਾਂ ਆ ਗਿਆ। ਮਨਮੁਖ ਵਿੱਚ ਨਹੀਂ ਹੈ ਨਾ, ਇਸੇ ਕਰਕੇ ਤਾਂ ਨਾ ਮਨਮੁਖ ਉਹਦਾ ਸੱਚਾ ਨਾਂ ਨਾ ਹੋਣ ਕਰਕੇ, ਇਸ ਕਰਕੇ ਐਸਾ ਨਹੀਂ ਹੈ। ਇੱਕ ਦੋ ਥਾਵਾਂ 'ਤੇ ਹੈ ਵੀ ਨੰਨੇ ਨੂੰ ਸਿਹਾਰੀ ਨਹੀਂ ਹੈ, ਪਰ ਉੱਥੇ ਪਾਠ ਫੇਰ ਵੀ ਅਰਥਾਂ ਨਾਲ ਅਤੇ ਪ੍ਰਕਰਨ ਨਾਲ ਵੱਖਰਾ ਕੀਤਾ ਜਾਂਦਾ ਹੈ। ਉਹ ਜਿਹੜਾ ਕੋਈ ਟਕਸਾਲ 'ਚੋਂ ਸੰਥਿਆ ਕਰੂ ਉਹਨੂੰ ਤਾਂ ਪਤਾ ਚੱਲ ਜੂਗਾ, ਦੂਜੇ ਨੂੰ ਨਹੀਂ ਲੱਗਣਾ। ਦੂਜੇ ਨੂੰ ਕੋਈ ਦੱਸ ਦੇਵੇ ਵੀ ਹਾਂ ਇੱਥੇ ਵੱਖਰਾ ਆਉਂਦਾ ਹੈ, ਕਿਤੇ ਉਹ ਕਥਾ ਵਿਆਖਿਆ ਸੁਣ ਲਏ ਉਹ ਤਾਂ ਕਰ ਲਊਗਾ ਵੀ ਹਾਂ ਇਹ ਕਥਾ 'ਚ ਆਇਆ ਸੀ ਅਤੇ ਇਹ ਇਉਂ ਹੈ। ਜੋ ਦੇਵ ਗਧਾਰੀ ਵਿੱਚ ਆਉਂਦਾ ਹੈ, ਮੇਰੇ ਮਨ ਮੁਖ ਹਰ 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 ਬੋਲੀ ਹੈ, ਗੁਰਮੁਖ ਰੰਗ ਚਲੂਲੈ ਰਾਤੀ ਹਰ ਪ੍ਰੇਮ ਭੀਨੀ ਜੋਲੀ ਹੈ। ਉੱਥੇ ਮਨ ਦੇ ਨੰਨੇ ਨੂੰ ਤੁਸੀਂ ਦੇਖੋ ਸਿਹਾਰੀ ਹੈ ਨਹੀਂ ਹੈ, ਪਰ ਪਾਠ ਉੱਥੇ ਵੱਖਰਾ ਹੈ, ਕਿਉਂਕਿ ਉਹ ਇਹ ਮੇਰੇ ਮਨਾ ਮੁਖ ਕਰਕੇ ਉਹ ਹਰੇ ਭਰੇ ਕਰਨ ਵਾਲਾ ਜਿਹੜਾ ਹਰੀ ਉਹਦਾ ਨਾਮ ਬੋਲਣਾ ਚਾਹੀਦਾ ਤੈਨੂੰ। ਇਸ ਤਰ੍ਹਾਂ ਉੱਥੇ ਮਨਮੁਖ ਨਹੀਂ ਅਸੀਂ ਕਰਨਾ ਹੈ। ਉੱਥੇ ਭਾਵੇਂ ਸਿਆਰੀ ਨਹੀਂ ਹੈ, ਅਰਥ ਦੇ ਲਿਹਾਜ਼ ਨਾਲ ਉਹਨੂੰ ਵੱਖਰਾ ਬੋਲਣਾ ਹੈ। ਇੱਥੇ ਤਾਂ ਸਪਸ਼ਟੀ ਹੈ, ਮਨ ਮੁਖ ਸੱਚਾ ਨਾਮ ਵਖੇ ਕਰਕੇ ਵੱਖਰੇ ਵੱਖਰੇ ਕਰਕੇ ਇਹਨਾਂ ਨੂੰ ਉਹ ਪਾਠ ਰੂਪ ਵਿੱਚ ਕਰਨਾ ਹੈ, ਤਾਂ ਕਿ ਅਰਥ ਦਾ ਅਨਰਥ ਨਾ ਹੋ ਜਾਏ। ਨਹੀਂ ਤਾਂ ਜੇ ਅਸੀਂ ਇਕੱਠਾ ਕਰ ਦਿਆਂਗੇ ਅਰਥ ਦਾ ਅਨਰਥ ਹੋ ਜਾਣਾ ਹੈ। ਉਹਨਾਂ ਦੇ ਮਨ ਵਿੱਚ ਵੀ ਅਤੇ ਮੁਖ ਵਿੱਚ ਵੀ, ਜਾਂ ਮਨ ਕਰਕੇ ਵੀ ਮੁਖ ਕਰਕੇ ਵੀ ਸੱਚਾ ਨਾਮ ਉਹ ਜਪਦੇ ਹੈ, ਕਿਉਂਕਿ ਉਹਨਾਂ ਦੀ ਪਹਿਲਾਂ ਦਰਿਆ ਨਾਲ ਪ੍ਰੀਤੀ ਹੁੰਦੀ ਹੈ। ਇਸ਼ਨਾਨ ਕਰ ਲੈਂਦੇ ਦਰਿਆ ਵਿੱਚ ਜਾ ਕੇ। ਉਹ ਸੰਤ ਬਾਬਾ ਅਤਰ ਸਿੰਘ ਜੀ ਦੇ ਬੜੇ ਆਗਿਆਕਾਰ, ਬੜੇ ਮਹਾਨ ਜਪ ਤਪ ਕਰਨ ਵਾਲੇ AA ਸੰਤ ਬਾਬਾ ਤੇਜਾ ਸਿੰਘ ਜਿਨ੍ਹਾਂ ਨੇ ਮਹਾਂਪੁਰਸ਼ਾਂ ਦਾ ਜੀਵਨ ਵੀ ਲਿਖਿਆ ਬੜਾ ਸੋਹਣਾ। ਉਹ ਭਾਸ਼ਾ ਭਾਗ ਵਾਲਿਆਂ ਨੇ ਵੀ ਛਾਪਿਆ ਹੋਇਆ ਹੈ, 2 ਹਿੱਸਿਆਂ ਵਿੱਚ ਮਿਲਦਾ। ਇਹ ਬੜੇ ਚੰਗੇ ਕਵਾਈ ਵਾਲੇ ਹੋਏ। ਇਹ ਵੀ ਯਾਨੀ ਸਾਰੀ ਰਾਤ ਜਾਗਦੇ ਸਨ, ਅਤੇ ਅੰਮ੍ਰਿਤ ਵੇਲਾ ਤਾਂ ਫਿਰ ਇਹਨਾਂ ਦਾ ਮੁਖੀ ਹੁੰਦਾ ਸੀ। ਉਹਨਾਂ ਦੇ ਜਿੰਨੇ ਵੀ ਸਿੰਘ ਸੀ 2-2:30 ਵਜੇ ਤੋਂ ਪਹਿਲਾਂ ਉੱਠਦੇ ਸੀ। ਇੱਕ ਇੱਥੇ ਗੁਰੂ ਕਾਸ਼ੀ ਰਾਮ ਨਿਵਾਸ ਸਾਹਿਬ ਐਕਸ਼ਨ ਦੇ ਵਿੱਚ ਹੀ ਉਹ ਚੜ੍ਹਾਈ ਕਰ ਗਿਆ ਵਿਚਾਰਾ। ਉਹਦਾ ਵੀ ਸੀ 1 ਵਜੇ, ਪੌਣੇ 1 ਵਜੇ ਬਸ ਉਹਨੇ ਉੱਠ ਖੜਨਾ ਹੈ। ਉਦੋਂ ਬਾਅਦ ਫਿਰ 5 ਗ੍ਰੰਥੀ ਦਾ ਪਹਿਲਾ ਪਾਠ ਕਰਨਾ, ਸਾਰਾ ਮੂੰਹ ਜਵਾਨੀ। ਇਹ 5 ਬਾਣੀ ਦਾ ਨਿਤਨੇਮ ਕਰਨਾ ਹੈ। ਉਦੋਂ ਬਾਅਦ ਫਿਰ ਗੁਰਮੰਤਰ ਮੂਲ ਮੰਤਰ ਦਾ ਕਰੀ ਜਾਣਾ ਹੈ। ਇਸੇ ਤਰ੍ਹਾਂ ਸੁਧਾਰਦੇ ਹੁੰਦੇ ਸਨ ਬਾਬਾ ਹਰਨਾਮ ਸਿੰਘ ਜੀ, ਅਤੇ ਉਹਨਾਂ ਦਾ ਵੀ ਐਸਾ ਹੀ ਸੀ। ਇੱਕ ਜੋਗਿੰਦਰ ਸਿੰਘ ਜੀ ਹੁੰਦੇ ਸੀ, ਉਹ ਕਈ ਵਾਰੀ ਜਦੋਂ ਕੋਈ ਰਸਤ ਬਾਣੀ ਇਕੱਠਾ ਕਰਨ ਆਉਣਾ ਨਾ ਮਸਤਬਾਣੀ ਵਾਸਤੇ, ਅਤੇ ਉਹਨਾਂ ਦਾ ਵੀ ਐਸਾ ਹੀ ਸੀ ਵੀ ਉਹ 1 ਵਜੇ, ਪੌਣੇ 1 ਵਜੇ ਉੱਠ ਕੇ ਬਹਿ ਜਾਂਦੇ। ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਫਿਰ ਉਹ ਸੰਤ ਹਰਨਾਮ ਸਿੰਘ ਜੀ ਦਾ ਤਾਂ ਐਸਾ ਹੀ ਸੀ ਵੀ ਉਹਨਾਂ ਨੇ ਉਹ ਥੋੜ੍ਹੀਆਂ ਜਿਹੀਆਂ ਉਹਨਾਂ ਦੇ ਕੋਲ ਖੜਤਾਲਾਂ ਜਿਹੀਆਂ ਹੁੰਦੀਆਂ ਸਨ।
ਉਹ ਛੋਟੀਆਂ ਛੋਟੀਆਂ ਉਹਦੇ ਨਾਲ ਨਾਲੇ ਉਹਨਾਂ ਨੂੰ ਖੜਤਾਲਾਂ ਨੂੰ ਵਜਾਈ ਜਾਣਾ, ਨਾਲੇ ਜਿਵੇਂ ਕੋਈ ਕੀਰਤਨ ਕਰ ਦਿੰਦਾ ਇਉਂ ਬਾਣੀ ਪੜ੍ਹੀ ਜਾਣੀ ਕੀਰਤਨ ਰੂਪ ਵਿੱਚ ਆਪੇ ਹੀ। ਵਿਰਾਗ ਵਿੱਚ ਸ਼ਬਦ ਪੜ੍ਹ ਕੇ ਫਿਰ ਵਿਰਾਗ ਵਿੱਚ ਅਥਰੂ ਕੇਰੀ ਜਾਣੀ ਹੈ। ਉਹ ਜਿਹੇ ਸ਼ਬਦ ਸੁਣ ਕੇ ਫਿਰ ਖਿੜ ਖਿੜ ਕੇ ਹੱਸੀ ਵੀ ਜਾਣਾ ਹੈ। ਰੰਗ ਰੋਵੈ ਰੰਗ ਹੱਸੈ ਚੁੱਪੀ ਕਰ ਜਾਏ ਹੋ ਜੀ ਵਸਾ। ਯਾਨੀ ਇਸ ਤਰ੍ਹਾਂ ਦੇ ਇਹ ਤੇਜਾ ਸਿੰਘ ਜੀ ਉਹ ਅਭਿਆਸੀ ਸਨ। ਇੱਕ ਵਾਰੀ ਕਿਤੇ ਉਹ ਜਿਹੜਾ ਰਾਧਾ ਸਵਾਮੀਆਂ ਦਾ ਵੱਡ ਵਡੇਰਾ ਸੌਣ ਸਿੰਘ ਹੋਇਆ, ਇਹਦੇ ਨਾਲ ਉਹਨਾਂ ਦਾ ਮੇਲ ਜੋਲ ਹੋ ਗਿਆ ਹੈ। ਤੇ ਢੀਂਗ ਮਾਰਿਆ ਕਿ ਕਹਿੰਦਾ ਵੀ ਇਹ ਅਭਿਆਸੀਆਂ ਦਾ ਦੇਖਣਾ ਹੈ ਕਿੰਨਾ ਕੁ ਅਭਿਆਸ ਹੈ। ਰਾਤ ਦੇ ਸਮੇਂ ਹੁਣ ਇਹ ਭੋਜਨ ਪ੍ਰਸ਼ਾਦਾ ਛਕ ਛਕਾ ਕੇ ਚੌਂਕੜਾ ਮਾਰ ਕੇ ਬਹਿ ਗਏ ਨੇ, ਕਿਉਂਕਿ ਇਹ ਐਸਾ ਹੈ ਨਾ ਵੀ ਕਿਸੇ ਦੀ ਰੀਸ ਕਰਦੇ ਆ। ਕੂੜਾ ਆਈ ਰੀਸ ਜਿਵੇਂ ਹੁੰਦਾ ਨਾ ਵੀ ਉਹਨਾਂ ਨੂੰ ਵੀ ਰੀਸ ਆ ਜਾਂਦੀ ਹੈ। ਉਹ ਉੱਠ ਕੇ ਬਹਿ ਗਿਆ ਚੌਂਕੜਾ ਜਿਹਾ ਮਾਰ ਕੇ। ਜਿਹਦਾ ਹੁਣ ਕੋਈ ਬੈਠਿਆ ਨਹੀਂ ਹੈ, ਕੋਈ ਅਵਸਥਾ ਨਹੀਂ ਹੈ, ਉਹਨੂੰ ਬੈਠਣਾ ਬੜਾ ਔਖਾ ਹੈ। ਬੈਠੇ ਘਰਾੜੇ ਵੱਜ ਜਾਣ। ਉਹ ਫਿਰ ਜਿਹੜੇ ਕੋ ਪਾਸੇ ਬੈਠੇ ਸੀ ਉਹ ਕਹਿੰਦੇ ਵੀ ਬੜੀ ਵਧੀਆ ਬਈ ਸਮਾਧੀ ਲੱਗਦੀ, ਬੜਾ ਅਭਿਆਸ ਹੈ ਇਹਦਾ। ਫਿਰ ਕਈ ਵਾਰੀ ਕੰਨਾਂ ਵਿੱਚ ਉਂਗਲਾਂ ਜਿਹੀਆਂ ਦੇਵੇ, ਕਿਤੇ ਪੈਰਾਂ ਨੂੰ ਹਿਲਾਵੇ ਚਲਾਵੇ ਕਰ। ਉਹ ਨੀਂਦ ਘੇਰੇ। 1 ਵਜੇ ਤੱਕ ਤਾਂ ਉਹ ਇਹਨਾਂ ਸਮਾਧੀ ਵਿੱਚ ਬੈਠੇ ਰਹੇ ਤੇਜਾ ਸਿੰਘ ਜੀ। ਉਸ ਤੋਂ ਬਾਅਦ ਉੱਠ ਖੜੇ, ਫਿਰ ਇਸ਼ਨਾਨ ਕਰ ਲਿਆ ਹੈ, ਫਿਰ ਜੁੜ ਗਏ ਉਹ। ਫਿਰ ਤੜਕੇ ਉੱਠ ਕੇ ਫਿਰ ਉਹ ਕਹਿਣਗੇ ਵੀ ਉਹਨੂੰ ਕਹੋ ਵੀ ਉਹ ਅਭਿਆਸੀ ਨੂੰ ਵੀ ਹੁਣ ਬਈ ਉਹ ਇਹਨਾਂ ਨੂੰ ਗੁਰੂ ਧਾਰਨ ਕਰ ਲੈ। ਉਹਨਾਂ ਦਾ ਕੋਈ ਚੇਲਾ ਚਾਲਾ ਆਇਆ, ਕਹਿੰਦਾ ਜੀ ਵੇਖ ਲੈ ਸਾਡੇ ਗੁਰੂ ਅਭਿਆਸੀ ਕਿੰਨੇ ਆ, ਸਾਰੀ ਰਾਤ ਬੈਠੇ ਰਹੇ, ਤੁਸੀਂ ਇਹਨਾਂ ਨੂੰ ਗੁਰੂ ਧਾਰਨ ਕਰ ਲਓ। ਇਹ ਹੁਣ ਪੜ੍ਹੇ ਲਿਖੇ ਸੀ, ਕਹਿੰਦੇ ਦੇਖ ਲਿਆ ਤੁਹਾਡਾ ਗੁਰੂ ਜਿਹੋ ਜਿਹਾ ਹੈਗਾ। ਪਹਿਲੀ ਰਾਤ ਵੀ ਘਰਾੜੇ ਮਾਰਦਾ ਸੀ, ਸਾਡੀ ਰੀਸ ਜੀ ਕਰਕੇ ਮੋਹਰੋਂ ਨਹਾ ਕੇ ਫਿਰ ਐਂ ਕਰਦਾ ਸੀ। ਇਹੋ ਜਿਹਾ ਤੋਂ ਅਭਿਆਸੀਆਂ ਤੋਂ ਅਸੀਂ ਕੀ ਕਰਾਉਣਾ ਹੈ। ਜਾਣੀ ਹੁਣ ਜਿਹੜੇ ਕੋਈ ਗੁਰਮੁਖਾਂ ਦੇ ਉਹ ਬਖਸ਼ਿਸ਼ ਕਰੀ ਹੋਈ ਹੈ, ਸੰਤ ਬਾਬਾ ਅਤਰ ਸਿੰਘ ਜੀ ਦੇ ਸੇਵਕ ਇਹੋ ਜਿਹੇ ਝੂਠਿਆਂ ਮੂਠਿਆਂ ਮਗਰ ਕਿੱਥੇ ਹੋ ਲੱਗਣ। ਉਹਨਾਂ ਦੀ ਜ਼ਿੰਦਗੀ ਬਣੀ 8 ਪਹਿਰੀ 8 ਖੰਡ ਹੈ। ਇਸੇ ਤਰ੍ਹਾਂ ਤਿੰਨਾਂ ਦਰਿਆਵਾਂ ਸੋਂ ਦੋਸਤੀ ਹੈ। ਉਹਨਾਂ ਦੀ ਉਹ ਪ੍ਰੀਤੀ ਹੁੰਦੀ ਹੈ। ਮਨ ਵਿੱਚ ਤੇ ਮੁੱਖ ਵਿੱਚ ਸੱਚਾ ਨਾਂ ਹੁੰਦਾ ਹੈ। ਇਹ ਤਾਂ ਜਿਹੜੇ ਕੋਈ ਢਿੱਲੜ ਜੇ ਉਹ ਘਰਾੜੇ ਮਾਰੀ ਤੁਰੇ ਜਾਂਦੇ ਹਨ। ਉੱਥੇ ਅੰਮ੍ਰਿਤ ਵੰਡੀਐ। ਫਿਰ ਉੱਥੇ ਸਾਧ ਸੰਗਤ ਵਿੱਚ ਜਾ ਕੇ ਉਹ ਬਹਿੰਦੇ ਹਨ। ਉਹਨਾਂ ਦੀ ਦਰਿਆਵਾਂ ਨਾਲ ਜਿਹੜੀ ਗੁਰਮੁਖਾਂ ਦੇ ਗੁਰਮੁਖ ਦਰਿਆ ਵਾਂਗ ਹੈ, ਦਰਬੀ ਭੂਤ ਹੈ ਵੀ ਉਹਨਾਂ ਦੇ ਨਾਲ ਉਹਨਾਂ ਦੀ ਪ੍ਰੀਤੀ ਹੁੰਦੀ ਹੈ। ਉਹਨਾਂ ਵਿੱਚ ਬੈਠ ਕੇ ਗੁਰਮੁਖਾਂ ਵਿੱਚ ਮਨ ਵਿੱਚ ਮੁੱਖ ਵੀ ਸੱਚਾ ਨਾਂ ਹੁੰਦਾ ਹੈ। ਫਿਰ ਉੱਥੇ ਅੰਮ੍ਰਿਤ ਵੀ ਵੰਡਿਆ ਜਾਂਦਾ ਹੈ। ਯਾਨੀ ਸਾਧ ਸੰਗਤ ਵਿੱਚ ਗੁਰਮੁਖਾਂ ਵਿੱਚ ਜਿਹੜੀ ਨਾਮ ਅੰਮ੍ਰਿਤ ਦੀ ਬਾਰਿਸ਼ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਜਿਹੜਾ ਉਹਨਾਂ ਵਿੱਚ ਬੈਠ ਕੇ ਬਹਿੰਦਾ ਉਹਦੀ ਮਨ ਬਿਰਤੀ ਟਿਕਾ ਵਿੱਚ ਆਉਂਦੇ। ਜਿਵੇਂ ਹੁਣ ਵੀ ਜਿਹੜੇ ਕੋਈ ਉਹ ਹਰਿਮੰਦਰ ਸਾਹਿਬ ਜਦੋਂ 12 ਵਜੇ ਤੋਂ ਬਾਅਦ ਇਸ਼ਨਾਨ ਹੋ ਜਾਂਦਾ ਨਾ, ਫਿਰ ਕਈ ਗੁਰਮੁਖ ਉੱਥੇ ਜਾ ਕੇ ਜਿਹੜੇ ਕੋਈ ਰਾਗੀ ਸਿੰਘ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੀਰਤਨ ਕਰਦੇ ਹੈ। ਉੱਥੇ ਫਿਰ ਸਮਝ ਲਓ ਵੀ ਕਈਆਂ ਨੂੰ ਉੱਥੇ ਨਾਮ ਦਾ ਗੱਫਾ ਮਿਲ ਜਾਂਦਾ, ਸੁਰਤ ਜੁੜ ਜਾਂਦੀ ਹੈ, ਬੜਾ ਆਨੰਦ ਆਉਂਦਾ ਹੈ। ਜਿਵੇਂ ਉਹ ਡਾਕਟਰ ਵੀਰ ਸਿੰਘ ਕੋਲ ਵੀ ਇੱਕ ਰਾਧਾ ਸਵਾਮੀਆਂ ਦਾ ਚੇਲਾ ਆਇਆ, ਕਹਿੰਦਾ ਜੀ 30 ਸਾਲ ਲਾਇਆ, ਜਿਵੇਂ ਕਿਹਾ ਕਰਿਆ ਹੈ, ਬਣਿਆ ਕੁਛ ਵੀ ਨਹੀਂ। ਤੇ ਤੁਹਾਡੀ ਬੜੀ ਸਿਰ ਸੁਣੀ ਆ ਵੀ ਬੜੇ ਗੁਰਮੁਖ ਨੇ, ਬੜੀ ਅਵਸਥਾ ਵਾਲੇ ਹੈ। ਵੀ ਕਹਿੰਦੇ ਮਹਾਰਾਜ ਮੈਨੂੰ ਕੋਈ ਰਾਹ ਪਾਓ, ਮੈਂ ਤਾਂ ਉਹ ਜੜ ਪਿਆ ਹੋਇਆ ਹੈ, ਜਿਵੇਂ ਕਹਿੰਦੇ ਖਰੀ ਗਿਆ, ਬਣਿਆ ਕੁਛ ਨਹੀਂ। ਕਹਿੰਦੇ ਵੀ ਉੱਥੇ ਅੰਮ੍ਰਿਤ ਵੰਡੀ ਹੈ। ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਅੰਮ੍ਰਿਤ ਵੰਡਿਆ ਜਾਂਦਾ, ਉੱਥੋਂ ਗੱਫਾ ਮਿਲਦਾ ਹੈ। ਤੂੰ ਜਾ ਕੇ ਉੱਥੇ ਮਨ ਚਿੱਤ ਲਾ ਕੇ ਕੀਰਤਨ ਸੁਣਿਆ ਕਰ, ਉੱਥੋਂ ਗੱਫਾ ਮਿਲ ਜਾਊ, ਜੋ ਚਾਹੁੰਦਾ ਉੱਥੇ ਮਿਲ ਜਾਊਗਾ। ਉਹ ਕਹਿਣ ਬਸ ਜਦੋਂ ਗਿਆ ਹੈ, ਕਹਿੰਦੇ ਵੀ ਉਹ ਕਿ ਵਜੇ ਇਸ਼ਨਾਨ ਕਰ ਲਿਆ, ਜਾ ਕੇ ਬਹਿ ਗਿਆ ਉਹਨਾਂ ਵਿੱਚ।
ਉੱਥੇ ਗੁਰਮੁਖਾਂ ਵਿੱਚ ਅੰਮ੍ਰਿਤ ਵੰਡਿਆ ਜਾਂਦਾ। ਜਿਹੜੇ ਕਮਾਈ ਵਾਲੇ ਉਹਨਾਂ ਦਾ ਪ੍ਰਭਾਵ ਲੈਂਦਾ ਮਨੁੱਖ। ਜਿਹੜਾ 30 ਸਾਲ ਨਹੀਂ ਉਹਨੂੰ ਮਿਲਿਆ ਸੀ, ਇੱਕ ਦਿਨ 'ਚ ਹੀ ਉੱਥੇ ਜਾ ਕੇ ਮਿਲ ਗਿਆ। ਫਿਰ ਗਾਲਾਂ ਕੱਢੇ ਇਹਨੂੰ ਸੌਣ ਸਿਆਂ ਨੂੰ। ਜਿਹਨੂੰ ਹੁਣ ਕੁਛ ਮਿਲਿਆ ਨਹੀਂ ਉਹਨੇ ਗਾਲਾਂ ਤਾਂ ਕੱਢਣੀਆਂ ਹੀ ਹੈ। ਫਿਰ ਅਗਲੇ ਕਹਿੰਦੇ ਸਾਡੇ ਗੁਰੂ ਨੂੰ ਜੀ ਗਾਲਾਂ ਕੱਢਦੇ ਆ। ਇਸ ਕਰਕੇ ਵੀ ਉਹ ਜਿਹੜੇ ਕੋਈ ਖਾਣ ਪੀਣ ਵਾਲੇ ਹੁੰਦੇ ਨਾ, ਫਿਰ ਉਹ ਖਾਣ ਪੀਣ ਦਾ ਜਿੱਥੇ ਮਿਲੀ ਜਾਵੇ ਉਹਨੂੰ ਸਲਾਉਂਦੇ ਨੇ। ਉਹ ਕਹਿੰਦੇ ਜਦੋਂ ਉਹ ਸੀ ਨਾ ਜੀ ਬੜਾ ਖਾਣ ਪੀਣ ਦਾ ਸੀ। ਇਹ ਤਾਂ ਹੁਣ ਖਾਣ ਪੀਣ ਦਾ ਕੀ ਹੈ ਵੀ ਅਸੀਂ ਖਾਣ ਪੀਣ ਲਈ ਤਾਂ ਨਹੀਂ ਸਾਰਾ ਕੁਛ ਇੱਥੇ ਆਏ ਵੀ ਦੁੱਧ ਪੀ ਲਿਆ, ਮੱਖਣ ਖਾ ਲਿਆ, ਉਹ ਕਰ ਲਿਆ। ਇਹਦਾ ਪੂਜਾ ਦਾ ਧਾਨ ਹੈ। ਵੱਧ ਖਾ ਲਾਂਗੇ ਵੱਧ ਮਰਾਂਗੇ, ਵੱਧ ਔਖੇ ਹੋਵਾਂਗੇ। ਉਹ ਜਿਹੜੇ ਕੋਈ ਸਿਆਣੇ ਸਾਧੂ ਉਹਨਾਂ ਦੀ ਜਿਨ੍ਹਾਂ ਨੇ ਸੰਗਤ ਕੀਤੀ ਉਹ ਕਹਿੰਦੇ ਥੋੜ੍ਹਾ ਜਿਹਾ ਘੱਟ ਖਾਓ, ਥੋੜ੍ਹਾ ਜਿਹਾ ਘੱਟ ਸਜ਼ਾ ਮਿਲੇ। ਵੀ ਹਿਸਾਬ ਕਿਤਾਬ ਨਾ ਖਾ ਲਓ, ਹਿਸਾਬ ਕਿਤਾਬ ਨਾਲ ਫਿਰ ਆਪਾਂ ਮਾੜਾ ਮੋਟਾ ਭੋਗ ਲਾਂਗੇ, ਬੜਾ ਮੋਟਾ ਫੋੜਾ ਫਿਣਸੀ ਹੋ ਜਾਊਗਾ। ਨਹੀਂ ਫਿਰ ਜੇ ਖੁੱਲ੍ਹੇ ਗੱਫੇ ਲਾਵਾਂਗੇ ਫਿਰ ਹਸਪਤਾਲਾਂ 'ਚ ਜਾਣਾ ਪਊਗਾ, ਔਖੇ ਹੋਵਾਂਗੇ, ਝਾਂਗੇ ਮਾਰਾਂਗੇ। ਇਹ ਜ਼ਹਿਰ ਹੈ, ਜ਼ਹਿਰ ਨੇ ਤਾਂ ਫਿਰ ਜ਼ਹਿਰ ਨੇ ਆਪਣਾ ਕੰਮ ਕਰਨਾ ਹੈ। ਪਰ ਜਿਨ੍ਹਾਂ ਦੀ ਮੱਤ ਮਾਰੀ ਹੋਈ ਉਹ ਕਹਿੰਦੇ ਨਹੀਂ, ਇਹ ਸਾਨੂੰ ਮਿਲਣਾ ਚਾਹੀਦਾ ਖੁੱਲ੍ਹਾ। ਮਰੀਏ ਖਪੀਏ ਹਾਲ ਦਵਾਈ ਜਿੰਨੀ ਮਰਜ਼ੀ ਬਚਾਈਏ ਵੀ ਹੁਣ ਸਾਂਭੂ ਫਿਰ ਸਾਨੂੰ ਕੌਣ ਬਈ। ਫਿਰ ਤਾਂ ਤੁਹਾਡੇ ਵਾਸਤੇ ਗੱਡੀ ਚਾਹੀਦੀ ਹੈ। ਇਹ ਪਹਿਲਾਂ ਖਾ ਲਓ ਤੁਸੀਂ ਇਹ ਪੂਜਾ ਦਾ ਧਾਨ ਰਜ ਕੇ ਫਿਰ ਤੁਹਾਨੂੰ ਚੱਕੀ ਫਿਰੋ। ਫਿਰ ਇਸ ਕਰਕੇ ਜਿਹੜੇ ਕੋਈ ਉਹ ਸਾਧੂ ਹੈ ਉਹਨਾਂ ਦੇ ਖਿਆਲ ਹੈ ਵੀ ਨਹੀਂ, ਇਹ ਤਾਂ ਥੋੜ੍ਹਾ ਬਹੁਤਾ ਜਿਹਾ ਖਾ ਪੀ ਕੇ ਵੱਧ ਤੋਂ ਵੱਧ ਪਰਮੇਸ਼ਰ ਦੇ ਫਲ ਸਮਾਂ ਲਾਉਣਾ ਚਾਹੀਦਾ। ਇਹਦੇ ਵਿੱਚ ਇਹ ਸਫਲਤਾ ਹੈ। ਇਹ ਨਹੀਂ ਵੀ ਪੇਟ ਭਰਿਓ ਪਸ਼ੂਆ ਜਾਂ ਸੋਇਓ ਵਾਲੀ ਗੱਲ ਕਰੀਏ। ਪਰ ਅਜੋਕੇ ਸਮੇਂ ਵਿੱਚ ਐਸਾ ਹੈ ਵੀ ਜਿਹੜਾ ਕੋਈ ਬਹੁਤਾ ਖਾਣ ਪੀਣ ਨੂੰ ਦੇਵੇ ਨਾ ਉਹਨੂੰ ਕਹਿੰਦੇ ਬਹੁਤ ਬਾਬਾ ਚੰਗਾ ਸੀ। ਇਹ ਨਹੀਂ ਵੀ ਚੰਗਾ ਹੈ। ਇਹ ਤਾਂ ਵੀ ਨਾ ਦੁੱਧ ਪੀਣ ਨੂੰ ਦਿੰਦਾ, ਨਾ ਆਹ ਦਿੰਦਾ ਹੈ। ਇਹਨੇ ਤਾਂ ਸਾਰਾ ਹੀ ਸਹੂਲਤਾਂ ਸਾਡੀਆਂ ਬੰਦ ਕਰਤੀਆਂ ਹਨ। ਆਹ ਵੀ ਕਰਤਾ ਬੰਦ, ਉਹ ਵੀ ਕਰਤਾ ਹੈ। ਯਾਨੀ ਇਹ ਉਹ ਅੱਖਾਂ ਬੰਦ ਹੈ ਨਾ, ਉਹ ਗਿਆਨ ਦੀ ਅੱਖ ਹੈ ਨਹੀਂ, ਵਿਚਾਰ ਹੈ ਨਹੀਂ ਹੈ। ਕੋਈ ਚੰਗੇ ਦੀ ਸੰਗਤ ਨਹੀਂ ਕੀਤੀ ਹੈ, ਜਿਸ ਕਰਕੇ ਬਸ ਖਾਣ ਪੀਣ ਵਾਲੀ ਸੁਰਤ ਹੈ ਵੀ ਇਹ ਮਿਲਣਾ ਚਾਹੀਦਾ ਹੈ। ਪਰ ਉਹ ਜਿਹੜਾ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਉਹਨੂੰ ਛੱਕ ਕੇ ਨਹੀਂ ਰਾਜੀ। ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਉਹਨਾਂ ਨੂੰ ਵਿਆਹ ਜਿਹੜੀ ਹੈ ਨਾ ਜ਼ਹਿਰ ਹੈ, ਪੂਜਾ ਦਾ ਧਾਨ ਬੜਾ ਮਿੱਠਾ ਹੈ, ਅੰਮ੍ਰਿਤ ਕੌੜਾ ਹੈ। ਸਾਧ ਸੰਗਤ ਵਿੱਚ ਜਿਹੜਾ ਕੋਈ ਵਿਸ਼ਾ ਦੱਸਿਆ ਜਾ ਰਿਹਾ ਨਾ ਉਹਨੂੰ ਬੜਾ ਕੌੜਾ ਲੱਗਦਾ, ਦੁਖਦਾਈ ਲੱਗਦਾ। ਉਹ ਕਹਣਗੇ ਹੁਣ ਇਹ ਸਾਨੂੰ ਸੁਣਾਉਂਦਾ ਹੈ। ਇਹ ਤਾਂ ਗੁਰੂ ਨੇ ਵੀ ਸੱਚੀਆਂ ਸੁਣਾਈਆਂ ਬਾਣੀ ਵਿੱਚ ਹੈ ਵੀ ਉੱਥੇ ਅੰਮ੍ਰਿਤ ਵੰਡਿਆ। ਅੰਮ੍ਰਿਤ ਛਕਣਾ ਹੈ ਕਿ ਜ਼ਹਿਰ ਖਾਣੀ ਹੈ। ਇੱਧਰ ਤਾਂ ਗੁਰੂ ਕੇ ਲੰਗਰ ਵਿੱਚ ਜ਼ਹਿਰ ਪਾਈ ਹੈ, ਜਿੰਨੀ ਮਰਜ਼ੀ ਖਾ ਲਓ। ਇੱਧਰ ਹੈ ਗੁਰੂ ਕੇ ਦਰਬਾਰ ਵਿੱਚ ਅੰਮ੍ਰਿਤ, ਇਹ ਛਕ ਲਓਗੇ ਰਜ ਕੇ ਅਮਰ ਹੋ ਜਾਓਗੇ। ਉੱਧਰ ਖਾ ਲਓਗੇ ਜ਼ਹਿਰ ਪੂਜਾ ਦਾ ਧਾਨ ਕੇ ਮਰੋਗੇ। ਇਹ ਵਿਕ ਅੰਮ੍ਰਿਤ ਕਰਤਾਰ ਉਪਾਏ, ਦੋਵੇਂ ਇਕੱਠੇ ਹੀ ਇਹ ਪੈਦਾ ਕੀਤੇ। ਉੱਧਰ ਪੂਜਾ ਦਾ ਧਾਨ, ਇੱਧਰ ਨਾਮ ਦਾ ਅੰਮ੍ਰਿਤ। ਵੱਧ ਇਹ ਛਕਣਾ ਚਾਹੀਦਾ, ਉਹ ਘੱਟ। ਉਹ ਤਾਂ ਸਿਰਫ ਸਰੀਰ ਦੇ ਨਿਭਾ ਮਾਤਰ ਵੀ ਚਲੋ ਚੱਲਦਾ ਫਿਰਦਾ ਰਹੇ। ਇਹ ਨਹੀਂ ਵੀ ਹਰ ਸਮੇਂ ਅਸੀਂ ਉੱਥੇ ਹੀ ਉਹਦੇ ਦਾਲੇ ਰਹੀਏ, ਉੱਥੇ ਘੁੰਮੀ ਜਾਈਏ, ਇੱਧਰ ਆਈਏ ਹੀ ਨਾ ਨੇੜੇ ਤੇੜੇ। ਉੱਥੇ ਵੀ ਸਾਧ ਸੰਗਤ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ। ਗੁਰਮੁਖਾਂ ਵਿੱਚ ਨਾਮ ਦਾ ਅੰਮ੍ਰਿਤ ਕਰਮੀ ਹੋਏ ਪਸਾਉ। ਇਹ ਜਿਹੜੇ ਕੋਈ ਕਰਮਾਂ ਵਾਲੇ ਉਹਨਾਂ ਨੂੰ ਫਿਰ ਇਹ ਅੰਮ੍ਰਿਤ ਦੀ ਜਿਹੜੀ ਪਸਾਉ ਕੀ ਇਹ ਦਾਤ ਹੈ ਨਾ ਗੱਫਾ ਮਿਲਦਾ ਹੈ। ਕੰਚਨ ਕਾਇਆ ਕਸੀਐ। ਫਿਰ ਉੱਥੇ ਕਹਿੰਦੇ ਜਿਹੜੀ ਇਹ ਦੇਹ ਹੈ ਨਾ ਜਿਵੇਂ ਸੋਨੇ ਨੂੰ ਕੱਸਿਆ ਜਾਂਦਾ ਹੈ, ਪਰ ਕਿਵੇਂ ਕਸੌਟੀ ਤੇ ਚਾੜਿਆ ਜਾਂਦਾ ਹੈ। ਉਹਨੇ ਦੇਹੀ ਨੂੰ ਕਹਿੰਦੇ ਕੰਜਨ ਵੱਤ ਕਹਿੰਦੇ ਜਪ ਤਪ ਵਿੱਚ ਪਾ ਕੇ ਕੱਸਿਆ ਜਾਂਦਾ ਹੈ। ਬੰਨੀ ਚੜਾ ਚੜਾਓ। ਇਹ ਜਿਵੇਂ ਉਹ ਸੋਨਾ ਉਹ ਪਰਖ ਸਹਾਰ ਜੇ ਨਾ ਕਸੌਟੀ ਸਹਾਰ ਜੇ ਫਿਰ ਮੈਲ ਮੂਲ ਜੀ ਨੁਖ ਜਾਂਦੀ ਹੈ ਉਹਦੇ ਵਿੱਚੋਂ। ਫਿਰ ਬੰਨੀ ਚੜਾਓ ਕਹਿੰਦੇ ਫਿਰ ਬੰਨੀ ਨੂੰ ਰੰਗਤ ਬੜਾ ਸੋਹਣਾ ਕਹਿੰਦੇ ਚੜਾਓ ਉਹਦੇ ਚੜ੍ਹਦਾ ਹੈ। ਉਹ ਫਿਰ ਕੁੰਦਨ ਕਿਹਾ ਜਾਂਦਾ, 12 ਬੰਨੀ ਦਾ ਸੋਨਾ ਕਿਹਾ ਜਾਂਦਾ, ਕਿਉਂਕਿ ਉਹਨੂੰ ਬੰਨੀ ਨੂੰ ਅੱਗ ਦਾ ਹੈ ਵੀ ਉਹ 12 ਅੱਗਾਂ ਦੇ ਨਾਲ ਉਹਨੂੰ ਧਾਇਆ ਗਿਆ, 12 ਵਾਰੀ ਅੱਗ ਵਿੱਚ ਪਾਇਆ ਗਿਆ ਭੋਰਾ, ਉਹਦੇ ਵਿੱਚ ਮੈਲ ਖੈਲ ਨਹੀਂ ਹੈ। ਫਿਰ ਜਿਹੜਾ 12 ਬੰਨੀ ਦਾ ਸੋਨਾ ਨਾ ਉਹਦੀ ਕੀਮਤ ਜ਼ਿਆਦਾ ਹੈ। ਜਿਹੜੇ ਜਿਹਨੂੰ 12 ਅੱਗਾਂ ਨਹੀਂ ਦਿੱਤੀਆਂ ਗਈਆਂ ਵੀ ਇਹਦੇ ਵਿੱਚ ਮੈਲ ਖੈਲ ਹੋ ਗਈ, ਉਹਦਾ ਉਹਨਾਂ ਮੁੱਲ ਨਹੀਂ ਸੁਨਿਆਰੇ ਦਿੰਦੇ ਆ। ਕਹਿੰਦੇ ਨਹੀਂ ਇਹ ਨਹੀਂ ਵੀ ਕੁੰਦਨ ਨਹੀਂ ਹੈਗਾ ਹੈ, ਇਹ 12 ਬੰਨੀ ਦਾ ਨਹੀਂ, ਇਹ ਤਾਂ ਉਹ ਆਮ ਜਾਈ ਹੈ।
ਜਿਵੇਂ ਇਹ ਲੋਹਾ ਜਿਹੜਾ ਘੁਮਾਇਆ ਹੁੰਦਾ ਨਾ ਅੱਗਾਂ ਵਿੱਚ ਪਾ ਪਾ ਕੇ ਤੇ ਫਿਰ ਕਿਰਪਾਨ ਬਣਾਈ ਹੁੰਦੀ ਹੈ, ਕੁੱਟ ਕੁੱਟ ਕੇ ਵਿੱਚੋਂ ਜਗਾਲ ਲੱਲਾ ਪੱਲਾ ਕੱਢਿਆ ਹੁੰਦਾ। ਫਿਰ ਉਹ ਦੇਖ ਲਓ ਅਗਲੇ ਕਹਿੰਦੇ ਇਹ 12,000 ਲਊਂਗਾ, ਇਹਦਾ 13,000 ਲਊਂਗਾ ਮੈਂ। ਇਹ ਲੋਹਾ ਘੁਮਾਇਆ ਹੋਇਆ ਮੇਰਾ, ਅੱਗਾਂ ਦੇ ਦੇ ਕੇ ਤਾਇਆ ਹੋਇਆ ਹੈ, ਇਹ ਇੰਨਾ ਸਖਤ ਹੈ। ਇਹ ਜਿਹੜੇ ਲੋਹੇ ਦੀ ਸ੍ਰੀ ਸਾਹਿਬ ਇਹ ਲੋਹੇ ਨੂੰ ਵੱਢ ਦਊਗੀ ਤੇ ਦੇਖੋ ਮਾਰ ਕੇ, ਇਹਦੇ ਵੀ ਦੰਦਾ ਨਹੀਂ ਪੈਣਾ ਹੈ, ਇਹ ਨਹੀਂ ਹੋਣਾ ਹੈ, ਕਿਉਂਕਿ ਉਹ ਕਸਿਆ ਹੋਇਆ ਹੈ। ਇਸ ਤਰ੍ਹਾਂ ਕਹਿੰਦੇ ਕੰਚਨ ਕਾਇਆ ਕਸੀਆ ਬੰਨੀ ਚੜਾ ਚੜਾਓ। ਫਿਰ ਕਹਿੰਦੇ ਉਹ ਰੰਗਾ ਦਾ ਤੁਰਿਆ ਪਦ ਦਾ ਚੜਾਓ ਚੜਦਾ ਹੈ। ਜੇ ਹੋਵੇ ਨਦਰ ਸਰਾਫ ਕੀ, ਜੇ ਗੁਰੂ ਰੂਪੀ ਜਿਹੜਾ ਸਰਾਫ ਹੈ ਉਹਦੀ ਜਦੋਂ ਮਿਹਰ ਦੀ ਨਿਗਾਹ ਹੁੰਦੀ ਹੈ, ਮੋਹੜ ਨਾ ਪਾਈ ਫਿਰ ਤਾ ਮੁੜ ਕੇ ਉਹਨੂੰ ਕਹਿੰਦੇ ਪਾ ਕੇ ਧਾ ਨਹੀਂ ਦਿੱਤਿਆ ਜਾਂਦਾ। ਜਿਵੇਂ ਸੋਨੇ ਦੇ ਵਿੱਚੋਂ ਵੈਲ ਖੈੜ ਨਿਕਲ ਜੇ ਨਾ, ਫਿਰ ਨਹੀਂ ਅੱਗ ਵਿੱਚ ਪਾ ਕੇ ਉਹਨੂੰ ਧਾਇਆ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਕੋਈ ਜਪ ਤਪ ਕਰਕੇ ਪਰਖ ਵਿੱਚ ਪੂਰਾ ਉਤਰ ਜੇ ਨਾ ਭਾਈ ਮੱਝ ਵਾਂਗੂ, ਫਿਰ ਨਹੀਂ ਉਹਨਾਂ ਨੂੰ ਕਹਿੰਦੇ ਤਾਪ ਪਾਇਆ ਜਾਂਦਾ। ਮਾਤਾ ਦੇ ਪੇਟ ਦੀ ਅਗਨੀ ਵਿੱਚ ਨਹੀਂ ਤਾਇਆ ਜਾਂਦਾ ਪਾ ਕੇ, ਇਸੇ ਤਰ੍ਹਾਂ ਨਰਕਾਂ ਦੀ ਅਗਨੀ ਵਿੱਚ ਨਹੀਂ ਪਾ ਕੇ ਉਹਨੂੰ ਤਾਇਆ ਜਾਂਦਾ, ਤਪਾਇਆ ਜਾਂਦਾ ਹੈ। ਇਹ 84 ਲੱਖ ਜੂਨ ਰੂਪੀ ਜਿਹੜਾ ਇਹ ਬਹੁਤ ਵੱਡੀ ਅੱਗ ਦਾ ਤਾਅ ਹੈ, ਇਹਦੇ ਵਿੱਚ ਬਹੁਤ ਔਖਾ ਮਨੁੱਖ ਹੁੰਦਾ ਹੈ। ਈਰਖਾ ਦਵੈਸ਼ ਕ੍ਰੋਧ ਇਹ ਸਭ ਅਗਨੀ ਇਹਨਾਂ ਵਿੱਚ ਪਾ ਕੇ ਨਹੀਂ ਫਿਰ ਉਹ ਤਾਇਆ ਜਾਂਦਾ, ਤਪਾਇਆ ਜਾਂਦਾ ਹੈ। ਸੱਤੀ ਪਹਿਰੀ ਸੱਤ ਭਲਾ, ਇਸ ਕਰਕੇ 7 ਪਹਿਰਾਂ ਦੇ ਵਿੱਚ ਜਿਹੜੇ ਕੋਈ ਨਾ ਹਨ, ਉਹ 8 ਪਹਿਰਾਂ ਵਿੱਚੋਂ ਇੱਕ ਤਾਂ ਅੰਮ੍ਰਿਤ ਵੇਲੇ ਦਾ ਪਹਿਰ ਹੈ ਨਾ, ਉਹ ਤੋਂ ਬਗੈਰ ਕਹਿੰਦੇ ਜਿਹੜੇ ਕੋਈ ਬਾਕੀ 7 ਪਹਿਰ ਹੈ ਉਹਨਾਂ ਵਿੱਚ ਕਹਿੰਦੇ ਜਿਹੜਾ ਸੱਚ ਦਾ ਵਪਾਰ ਕਰਨਾ ਇਹੀ ਭਲਾ ਹੈ। ਸੱਚ ਦਾ ਵਪਾਰ ਕਰਨਾ ਚਾਹੀਏ। ਜਿੱਥੇ ਅੰਮ੍ਰਿਤ ਵੇਲੇ ਮਨੁੱਖ ਸੱਚ ਦਾ ਵਪਾਰ ਕਰਦਾ ਫਿਰ ਸਾਰੀ ਦਿਹਾੜੀ ਝੂਠ ਬੋਲੀ ਜਾਂਦਾ ਹੈ। ਇਸ ਕਰਕੇ ਕਹਿੰਦੇ ਵੀ ਜਿਹੜੇ ਬਾਕੀ 7 ਪਹਿਰ ਹੈ ਨਾ ਉਹਨਾਂ ਦੇ ਵਿੱਚ ਵੀ ਸੱਚ ਦਾ ਵਪਾਰ, ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵਹਿ ਖੇਵ ਤੁਮਾਰੀ, ਏਕਾ ਟੇਕ ਰਖੋ ਮਨ ਮਾਏ ਨਾਨਕ ਬਾਹਰ ਨ ਆਵੇ ਜਾਏ। ਇਹ ਐਸਾ ਹੈ ਵੀ ਇਹ ਕਰਨਾ ਹੈ, ਫਿਰ ਹੀ ਸੁਖਮਨੀ ਸਾਹਿਬ ਦੇ ਪਾਠ ਕਰੇ ਦਾ ਫਾਇਦਾ ਹੈ। ਵੀ ਬਹੁਤ ਤਾਂ ਕਰ ਲਿਆ ਸਭ ਤੋਂ ਵਪਾਰ, ਤੇ ਫਿਰ ਦੁਕਾਨ ਤੇ ਜਾ ਕੇ ਝੂਠ ਹੀ ਝੂਠ। ਇੱਕ ਗੱਲ ਦਰਗਤ ਹੈ ਕਿ ਤੁਹਾਡੀ ਵੀ ਇਹ ਬੜੀ ਖੇਵ ਤੁਹਾਡੀ ਝੂਠ ਨਹੀਂ ਹੋਊਗੀ। ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਲਿਹਾਜ਼ ਲੁਹਪੋਜ ਨਹੀਂ, ਇੱਥੇ ਤਾਂ ਕਰਨੀ ਕਮਾਈ ਇੱਕ ਹੈ। ਜੋ ਕਹਿਣਾ ਹੈ ਉਹ ਕਰਨਾ ਵੀ ਹੈ, ਵੀ ਮੇਰਾ ਕਹਿਣਾ ਨਹੀਂ ਜਵਾਨ ਜਵਾਨ ਦਾ ਕਰਨਾ ਵੀ ਹੈ। ਜਿਹੜੇ ਕੋਈ ਕਰਦੇ ਉਹੀ ਲੈਂਦੇ, ਨਹੀਂ ਤਾਂ ਬਸ ਰਹਿ ਜਾਂਦੇ ਨੇ। ਸੋ ਇਸ ਕਰਕੇ ਇੱਥੇ ਕਹਿ ਰਹੇ ਹਨ ਸਤ ਭਲਾ, ਬਈ ਵੀ 7 ਪਹਿਰਾਂ ਵਿੱਚ ਵੀ ਇਹ ਸਤ ਦਾ ਵਪਾਰ ਕਰਨਾ ਹੀ ਚੰਗਾ ਹੈ। ਸਤ ਜਿਹੜਾ ਉੱਚਾ ਸੁੱਚਾ ਚਰਨ ਰੱਖਣਾ ਹੀ ਭਲਾ ਹੈ। ਸਤ ਦਾ ਕਰਤੱਵ ਕਰਨਾ ਹੀ ਚੰਗਾ ਹੈ। ਬਹੀਐ ਪੜਿਆ ਪਾਸ, ਇਸ ਤਰ੍ਹਾਂ ਪੜਿਆ ਨਾਮ ਸਲਾਹ, ਜਿਹਨੇ ਨਾਮ ਦੀ ਸਲੋਤਾ ਕਰਨ ਨੂੰ ਪੜ੍ਹਿਆ ਨਾ, ਇਹ ਅਸਲੀ ਪੜ੍ਹਿਆ। ਹਰ ਜਪ ਹਰ ਗਾਓ ਹਰ ਪੜ੍ਹ ਹਰ ਲਿਖ, ਜਿਵੇਂ ਹਰ ਭੋਜਲ ਪਾਰ ਉਤਾਰੀ। ਇਹ ਜਿਹੜਾ ਪੜ੍ਹਿਆ ਹੋਇਆ ਹੈ ਉਹ ਦੂਜੇ ਨਾ ਕਿਤੇ ਸਕੂਲ ਦੇ ਲਾ ਲਿਓ, ਇਹ ਤਾਂ ਪੜ੍ਹਿਆਂ ਦੇ ਕੋਲ ਬੈਠਣਾ ਚਾਹੀਦਾ। ਪੜ੍ਹਿਆਂ ਦੇ ਕੋਲ ਅੱਜ ਤੱਕ ਦੇਖ ਲਓ ਜੋ ਕੁਛ ਕਰਦੇ ਨੇ। ਇਸ ਕਰਕੇ ਕਹਿੰਦੇ ਜਿਨ੍ਹਾਂ ਨੇ ਨਾਮ ਪੜ੍ਹਿਆ ਨਾ, ਬਾਣੀ ਨੂੰ ਪੜ੍ਹਿਆ ਹੈ, ਬ੍ਰਹਮ ਵਿਚਾਰ ਨੂੰ ਪੜ੍ਹਿਆ ਹੈ, ਉਹਨਾਂ ਦੇ ਕੋਲੇ ਬਹਿਣਾ ਚਾਹੀਦਾ ਹੈ। ਉੱਥੇ ਪਾਪ ਪੁੰਨ ਵਿਚਾਰੀਐ, ਕਿਉਂਕਿ ਉੱਥੇ ਉਹ ਜਿਹੜੇ ਕੋਈ ਬ੍ਰਹਮ ਵਿਚਾਰ ਕਰਨ ਵਾਲੇ ਉੱਥੇ ਬੈਠ ਕੇ ਪਾਪ ਕੀ ਹੈ ਪੁੰਨ ਕੀ ਇਹਦਾ ਵਿਚਾਰ ਕੀਤਾ ਜਾਂਦਾ ਹੈ। ਕੂੜਾ ਕਟਾਰਾ, ਫਿਰ ਜਿਹੜੀ ਇਹਦੇ ਕੋਲੇ ਝੂਠ ਦੀ ਪੂੰਜੀ ਇਕੱਠੀ ਕੀਤੀ ਨਾ, ਝੂਠ ਇਹਦਾ ਮਨ ਰਹਿਣ ਸਿਰੇ ਭਰਿਆ ਪੈਂਦਾ, ਇਹਦੀ ਰਾਸ ਕਹਿੰਦੇ ਪੂੰਜੀ ਘਟ ਜਾਂਦੀ ਹੈ, ਝੂਠ ਬੋਲਣਾ ਛੱਡ ਜਾਂਦਾ ਹੈ। ਉੱਥੇ ਖੋਟੇ ਸੱਟੀ ਹੈ। ਉੱਥੇ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਜਾਂ ਵਾਹਿਗੁਰੂ ਦੀ ਦਰਗਾਹ ਵਿੱਚ ਜਿਹੜੇ ਕੋਈ ਖੋਟੇ ਪੁਰਸ਼ ਉਗਣਾ ਵਾਲੇ ਆ, ਉਹ ਕਹਿੰਦੇ ਪਰੇ ਸੁੱਟੇ ਜਾਂਦੇ ਹੈ। ਖਰੇ ਕੀ ਚਾਹੇ ਸਾਬਾ, ਜਿਹੜੇ ਖਰੇ ਚੰਗੇ ਹੈ, ਗੁਣਾ ਦੇ ਧਾਰਨੀ ਹੈ, ਸੁਤੀ ਸੰਤੋਖੀ ਹੈ, ਉਹਨਾਂ ਨੂੰ ਸ਼ਾਬਾਸ਼ ਕਿਹਾ ਜਾਂਦਾ ਹੈ। ਬੋਲਣ ਫਾਦਲ ਨਾਨਕਾ, ਗੁਰੂ ਜੀ ਕਹਿੰਦੇ ਐਵੇਂ ਜਿਹੜਾ ਕੋਈ ਫਜ਼ੂਲ ਬੋਲਣਾ ਹੈ ਨਾ, ਐਵੇਂ ਗੱਲਾਂ ਵਾਧੂ ਬੋਲਣਾ ਹੈ ਤਾਂ ਫਾਜ਼ਲ ਹੈ, ਫਜ਼ੂਲ ਬੋਲਣਾ ਐਵੇਂ ਹੀ ਹੈ। ਦੁੱਖ ਸੁੱਖ ਖਸਮੈ ਪਾਸ, ਕਿਉਂਕਿ ਜਿਹੜਾ ਦੁੱਖ ਤੇ ਸੁੱਖ ਹੈ ਨਾ, ਇਹ ਤਾਂ ਮਾਲਕ ਤੋਂ ਕਰਮਾਂ ਅਨੁਸਾਰ ਮਿਲ ਹੀ ਜਾਣਾ ਹੈ। ਮਹੱਲਾ ਦੂਜਾ,
ਪੌਣ ਗੁਰੂ ਪਾਣੀ ਪਿਤਾ। ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੈਸੇ ਗੁਰੂ ਹੈ? ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਜਿਵੇਂ ਪੌਣ ਹੈ ਉਹਦੇ ਤੁੱਲ ਹੈ। ਪੌਣ ਸਾਰਿਆਂ ਨੂੰ ਇੱਕ ਸਮਾਨ ਲੱਗਦੀ ਹੈ। ਇਹ ਨਹੀਂ ਵੀ ਗਰੀਬ ਨੂੰ ਵੱਧ ਲੱਗੇ ਤੇ ਘੱਟ ਲੱਗੇ ਤੇ ਅਮੀਰ ਨੂੰ ਪੌਣ ਜ਼ਿਆਦਾ ਲੱਗੇ, ਵੀ ਲਿਹਾਜ਼ ਨਹੀਂ, ਸਭ ਨੂੰ ਇੱਕੋ ਜਿਹੀ ਹੈ। ਸਰੀਰ ਵਿੱਚ ਵੀ ਜਿਹੜੀ ਹੈ ਸਵਾਸ ਰੂਪ ਹੋ ਕੇ ਪੌਣ ਚੱਲਦੀ ਹੈ, ਸਾਰਿਆਂ ਨੂੰ ਇੱਕੋ ਜਿਹਾ ਹੈ। ਇਸ ਤਰ੍ਹਾਂ ਵੀ ਸਾਡੇ ਜੋ ਗੁਰੂ ਨਾਨਕ ਸਾਹਿਬ ਜੀ ਗੁਰੂ ਉਹ ਪੌਣ ਦੇ ਸਮਾਨ ਹੈ, ਸਾਰਿਆਂ ਨਾਲ ਇੱਕ ਸਮਾਨ ਵਰਤਣ ਵਾਲੇ। ਤੇ ਇਸੇ ਤਰ੍ਹਾਂ ਪਾਣੀ ਵਾਂਗ ਸ਼ਾਂਤ ਰੂਪ ਹਨ ਗੁਰੂ ਨਾਨਕ ਸਾਹਿਬ ਜੀ ਗੁਰੂ। ਮਾਤਾ ਧਰਤ ਮਹਤ। ਮੈਂ ਪਾਣੀ ਦੀ ਵਰਤੋਂ ਕਰਦਾ ਉਹਨੂੰ ਸਵੱਛਾ ਦਿੰਦੇ ਹੈ ਨਾ, ਉਹ ਪਾਣੀ ਵੱਤ ਸਵੱਛ ਕਰਨ ਵਾਲੇ, ਪਵਿੱਤਰ ਕਰਨ ਵਾਲੇ ਹੈ ਗੁਰੂ ਨਾਨਕ। ਤੇ ਪਿਤਾ ਵਾਂਗ ਹੈ ਗੁਰੂ ਨਾਨਕ ਸਾਹਿਬ ਜੀ। ਜਿਵੇਂ ਜਿਹੜਾ ਪਿਤਾ ਹੈ ਉਹ ਬੱਚੇ ਦੀ ਹਰ ਤਰ੍ਹਾਂ ਕਰਕੇ ਦੇਖ ਰੇਖ ਕਰਦਾ ਹੈ, ਇਸ ਤਰ੍ਹਾਂ ਜਿਹੜੇ ਸਾਡੇ ਪਿਤਾ ਹਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਸਾਡੇ ਧਰਮ ਦੇ ਪਿਤਾ ਹਨ। ਬਾਕੀ ਤਾਂ ਕਹਿ ਦਿੰਦੇ ਵੀ ਇਹ ਪਿਤਾ ਪਰ ਉਹ ਨਹੀਂ ਹੈ। ਇਧਰ ਜਿਹੜਾ ਕਿਹਾ ਗਿਆ ਔਰ ਸਹੀ ਕਿਹਾ ਵੀ ਹਾਂ ਗੁਰੂ ਪਿਤਾ ਹਨ। ਜਿਸ ਵੇਲੇ ਗੁਰੂ ਕਲਗੀਧਰ ਜੀ ਦਮਦਮਾ ਸਾਹਿਬ ਸੀ, ਦਿੱਲੀ ਤੋਂ ਸੁੰਦਰੀ ਜੀ ਸਾਹਿਬ ਕੌਰ ਜੀ ਆਏ ਸਨ। ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋਏ ਹੈ। ਫਿਰ ਪੁੱਛਿਆ ਵੀ ਸਾਹਿਬਜ਼ਾਦੇ ਉਹਨਾਂ ਦੇ ਦਰਸ਼ਨ, ਤੇ ਮਹਾਰਾਜ ਨੇ ਉਸ ਵੇਲੇ ਕਹਿ ਦਿੱਤਾ ਇਹਨ ਪੁੱਤਰਨ ਕੇ ਸੀਸਵਰ ਬਾਰ ਦੀਏ ਸੁਸਤਾਰ ਚਾਰ ਮੂਏ ਤੋਂ ਕਿਆ ਕਿ ਜੀਵਤ ਕਈ ਹਜ਼ਾਰ। ਸਾਰੇ ਤੇਰੇ ਪੁੱਤਰ ਹੈ, ਸਾਡੇ ਹੀ ਪੁੱਤਰ ਹੈ, ਇਹ ਹਜ਼ਾਰਾਂ ਜਿਉ ਰਹੇ। ਉਹ ਤਾਂ 4 ਵਾਰ ਦਿੱਤੇ ਵੀ ਉਹ ਜੇ ਸ਼ਹੀਦ ਹੋ ਗਏ ਤਾਂ ਕੀ ਹੋ ਗਿਆ? ਤੇਰੇ ਸਾਰੇ ਪੁੱਤਰ ਬੈਠੇ ਐਸੇ ਗੁਰੂ ਪਿਤਾ ਹਨ। ਅੰਬਾਰਕ ਤੁਮ ਗੁਰ ਪਿਤਾ ਹੈ ਦੇ ਮਤ ਸਮਝਾਏ। ਇਉਂ ਗੁਰੂ ਪਿਤਾ ਹਨ ਤੇ ਮਾਤਾ ਵਤ ਰੱਖਿਆ ਕਰਨ ਵਾਲੇ ਹੈ। ਨਾਮ ਦਾ ਦੁੱਧ ਦੇ ਕੇ ਆਤਮਾ ਨੂੰ ਮਨ ਨੂੰ ਬਲਵਾਨ ਕਰਨ ਵਾਲੇ ਹਨ। ਦਿਨਸ ਰਾਤ ਦੋਏ ਦਾਈ ਦਾਇਆ। ਜਿਹੜਾ ਬੱਚਾ ਜਦੋਂ ਵੀ ਉਹ ਮਾੜੇ ਪਾਸੇ ਨੂੰ ਜਾਂਦਾ ਨਾ, ਮਾਤਾ ਵਰਜਦੀ ਹੈ। ਉਹ ਮਾਤਾ ਵਤ ਮਹਾਰਾਜ ਰੱਖਿਆ ਕਰਨ ਵਾਲੇ, ਮਾੜੇ ਪਾਸੇ ਸਾਨੂੰ ਰੋਕਣ ਵਾਲੇ ਹੈ ਗੁਰੂ ਨਾਨਕ ਸਾਹਿਬ ਜੀ। ਤੇ ਧਰਤੀ ਵਾਂਗ ਵਖੇਮਾ ਧਾਰੀ ਹਨ ਤੇ ਮਹਤ ਆਕਾਸ਼ਵੰਤ, ਵੱਡੇ ਆਕਾਸ਼ ਵਾਂਗ ਅਸੰਗ ਹਨ। ਨਿਰਲੇਪ ਰਹਿਣ ਵਾਲੇ ਹਨ ਜਾਂ ਬੜੇ ਮਹਤ ਤੇਜ ਪ੍ਰਤਾਪੀ ਹਨ। ਦਿਨਸ ਰਾਤ ਦੋਏ ਦਾਈ ਦਾਇਆ। ਇਸ ਤਰ੍ਹਾਂ ਸਤਿਗੁਰੂ ਜਿਹੜੇ ਦਿਨ ਵਾਂਗ ਹਨ, ਗਿਆਨ ਦਾ ਦਿਨ ਚੜਾ ਦੇਣ ਵਾਲੇ ਹਨ। ਤੇ ਰਾਤ ਜਿਹੜੀ ਇਹ ਵਿਦਿਆ ਦੀ ਰਾਤ ਹੈ, ਇਹਨੂੰ ਕੱਟ ਦੇਣ ਵਾਲੇ ਹਨ। ਕਿਉਂ ਵਿਦਿਆ ਦੀ ਰਾਤ ਨੂੰ ਨਾਸ ਕਰਨ ਵਾਲੇ ਹੈ, ਗਿਆਨ ਦਾ ਦਿਨ ਬਖਸ਼ਣ ਵਾਲੇ। ਤੇ ਦੋਏ ਦਾਈ ਦਾਇਆ, ਇਸ ਤਰ੍ਹਾਂ ਕਹਿੰਦੇ ਜਿਵੇਂ ਦਿਨੇ ਦਾਇਆ ਖਿਲਾਉਂਦਾ ਹੈ, ਇਸ ਤਰ੍ਹਾਂ ਗਿਆਨ ਰੂਪੀ ਦਿਨ ਦੇ ਕੇ ਉਹ ਖਿਲਾਉਂਦੇ ਹੈ। ਤੇ ਰਾਤ ਵਾਂਗ ਸਮਾਧੀ ਰੂਪ ਨੀਂਦ ਵਿੱਚ ਸੰਭਾਲਦੇ ਹਨ ਦਾਈ ਵਾਂਗ। ਖੇਲਾ ਸਗਲ ਜਗਤ। ਤੇ ਗੁਰੂ ਇਹ ਜਨਾ ਦਿੰਦੇ ਹਨ ਵੀ ਜਿਹੜਾ ਸਾਰਾ ਸੰਸਾਰ ਐਵੇਂ ਖੇਲ ਬਾਤੀ ਹੈ, ਵੀ ਐਵੇਂ ਖੇਲ ਮਾਤਰ ਹੈ। ਜਿਵੇਂ ਉਹ ਤਮਾਸ਼ਗੀਰ ਦੀ ਖੇਲ ਹੁੰਦੀ ਨਾ, ਦੇਖਣ ਵਾਤੀ ਹੁੰਦੀ, ਐਸਾ ਸੰਸਾਰ ਖੇਲ ਬਾਤ ਦੇਖਣ ਮਾਤਰ ਹੀ ਹੈ। ਚੰਗਿਆਈਆ ਬੁਰਿਆਈਆ। ਫਿਰ ਜਿਹੜੀਆਂ ਚੰਗਿਆਈਆਂ ਉਹਨੂੰ ਧਾਰਨ ਕਰਨ ਲਈ ਸਤਿਗੁਰੂ ਉਪਦੇਸ਼ ਦਿੰਦੇ ਹੈ। ਤੇ ਬੁਰਿਆਈਆਂ ਬਾਚੇ, ਵੀ ਤੂੰ ਬੁਰਿਆਈਆਂ ਤੋਂ ਬਚ ਜਾ, ਇਹ ਉਪਦੇਸ਼ ਦਿੰਦੇ ਹਨ। ਵਾਚੇ ਧਰਮ ਹਦੂਰ। ਇਸ ਤਰ੍ਹਾਂ ਕਹਿੰਦੇ ਜਿਹੜਾ ਤੇ ਆਪਣੀ ਹਜ਼ੂਰੀ ਵਿੱਚ ਰਹਿ ਕੇ ਜਿਹੜਾ ਕੋਈ ਧਰਮ ਹੈ ਇਹਦੇ ਵਿੱਚ ਤੂੰ ਵੀ ਕਾਇਮ ਰਿਹਾ ਕਿ ਇਉਂ ਬਾਚਦੇ ਹਨ, ਇਉਂ ਉਚਾਰਦੇ ਹਨ। ਬੁਰਾਈਆਂ ਤੋਂ ਬਚ ਜਾ। ਤੇ ਹਜ਼ੂਰੀ ਵਿੱਚ ਉਪਦੇਸ਼ ਦਿੰਦੇ ਵੀ ਤੂੰ ਧਰਮ ਰੂਪ ਕਰਮ ਕਰਿਆ ਕਰ, ਧਰਮ ਵਿੱਚ ਕਾਇਮ ਰਿਹਾ ਕਰ। ਐਸੇ ਬਾਚਦੇ, ਐਸੇ ਕਹਿੰਦੇ ਹਨ ਗੁਰੂ। ਕਰਮੀ ਆਪੋ ਆਪਣੀ। ਆਪੋ ਕਰਮ ਆਪੋ ਆਪਣੀ ਕਰਮਾਂ ਅਨੁਸਾਰ। ਕੇ ਨੇੜਾ ਕੇ ਦੂਰ। ਕਈ ਜਿਹੜੇ ਆ ਗੁਰੂ ਨਾਨਕ ਦੇ ਬਹੁਤ ਨੇੜੇ ਹੋ ਜਾਂਦੇ ਹੈ,
ਕਈ ਦੂਰ ਵੀ ਚਲੇ ਜਾਂਦੇ, ਮਨਮੁਖ ਬਣ ਕੇ ਮਲਕ ਭਗਵਾਨ। ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਵੀ ਗੁਰੂ ਨਾਲ ਮਿਲ ਕੇ ਨਾਮ ਨੂੰ ਧਿਆਇਆ ਹੈ, ਗਏ ਮਸਕਤ ਘਾਲ। ਕਹਿੰਦੇ ਉਹ ਆਪਣੀ ਘਾਲਣਾ ਕਮਾਈ ਸਫਲੀ ਕਰਕੇ ਇੱਥੋਂ ਗਏ ਹੈ। ਨਾਨਕ ਤੇ ਮੁਖ ਉਜਲੇ, ਮਸਕਤ ਮਿਹਨਤ ਘਾਲ ਕਰਕੇ, ਜਿੰਨੀ ਵੀ ਮਿਹਨਤ ਹੈ ਉਹਨੂੰ ਘਾਲ ਕੇ ਸਫਲੀ ਕਰਕੇ ਗਏ ਹੈ। ਗੁਰੂ ਜੀ ਕਹਿੰਦੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਇੱਥੇ ਉੱਥੇ। ਹੋਰ ਕੀਤੀ ਛੁੱਟੀ ਔਰ ਨਾਲ, ਕਿਤਨੀ ਜਿਹੜੀ ਸ੍ਰਿਸ਼ਟੀ ਹੈ ਉਹਨਾਂ ਦੇ ਨਾਲ ਹੀ ਹੈ। 84 ਦੇ ਗੇੜ ਤੋਂ ਛੁੱਟ ਜਾਂਦੀ, ਦੁੱਖਾਂ ਤੋਂ ਛੁੱਟ ਜਾਂਦੀ ਹੈ। ਇੱਥੇ ਹੋਰ ਨਾਲ ਇਹ ਜਿਹੜਾ ਲਫ਼ਜ਼ ਆਇਆ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਵੀ ਉਚਾਰਨ ਹੋਇਆ ਹੈ। ਇਸ ਤਰ੍ਹਾਂ ਇਹ ਜਿਹੜਾ ਇੱਥੋਂ ਸਲੋਕ ਵੀ ਉਹ ਉੱਥੇ ਜਾ ਵੀ ਬਾਣੀ ਵਿੱਚ ਹੈ ਵੀ ਉਹ ਗੁਰੂ ਅੰਗਦ ਸਾਹਿਬ ਜੀ ਦਾ ਹੀ ਹੈ। ਉੱਥੇ ਉਹ ਜਪਜੀ ਸਾਹਿਬ ਦੇ ਵਿੱਚ ਇਹਦੇ ਪੌਣ ਗੁਰੂ ਪਾਣੀ ਪਿਤਾ ਦੇ ਪਵਨ ਗੁਰੂ ਦੇ ਥਾਂ ਬੇਅੰਤ 8 ਅਰਥ ਆਪਾਂ ਕਰ ਚੁੱਕੇ ਹਾਂ, ਉਹੀ ਇੱਥੇ ਸਮਝ ਲੈਣੇ ਹਨ। ਪੌੜੀ ਸੱਚਾ ਭੋਜਨ ਪਾਓ, ਸੱਚਾ ਜਿਹੜਾ ਪ੍ਰੇਮ ਰੂਪੀ ਜਾਂ ਭਾਉ ਗਿਆਨ ਰੂਪੀ ਭੋਜਨ ਹੈ, ਸਤਿਗੁਰ ਦੱਸਿਆ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਵਿੱਚ ਹੋ ਕੇ ਦੱਸਿਆ ਹੈ। ਸੱਚੇ ਹੀ ਪਤੀ ਆਏ, ਸੱਚੇ ਵਿੱਚ ਪਤੀ ਆਏ ਕਿ ਨਿਚਾ ਕਰਨੇ ਜੋ ਕਰਦਾ ਹੈ, ਸੱਚ ਵਿਗਸਿਆ। ਉਹਦਾ ਫਿਰ ਸੱਚੇ ਨਾਮ ਵਿੱਚ ਸੱਚੇ ਸਰੂਪ ਵਿੱਚ ਜੁੜ ਕੇ ਮਨ ਵਿਕਸਿਆ, ਖਿੜ ਗਿਆ ਹੈ, ਖਿੜ ਜਾਂਦਾ ਹੈ। ਸੱਚਾ ਕੋਟ ਗਿਰਾਏ, ਇਸੇ ਤਰ੍ਹਾਂ ਜਿਹੜਾ ਕੋਟ ਹੈ, ਕਿਲਾ ਹੈ ਤੇ ਗਿਰਾਂ ਹੈ, ਪਿੰਡ ਹੈ, ਇਹ ਸੱਚਾ ਹੈ। ਅੰਤःਕਰਨ ਰੂਪੀ ਗਿਰਾਂ, ਸਰੀਰ ਰੂਪੀ ਜਿਹੜਾ ਕੋਟ ਹੈ, ਜਾਂ ਇਹ ਦਸਮ ਦੁਆਰ ਰੂਪੀ ਜਿਹੜਾ ਕੋਟ ਸੱਚਾ ਹੈ। ਨਿਜ ਘਰ ਵਸਿਆ, ਉਹ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਫਿਰ ਵਸਿਆ ਟਿਕਿਆ ਹੈ। ਸਤਿਗੁਰ ਤੁਠੈ ਨਾਉ, ਸਤਿਗੁਰੂ ਦੇ ਕਹਿੰਦੇ ਪ੍ਰਸੰਨ ਹੋਇਆ ਜੋ ਨਾਮ ਹੈ ਪ੍ਰਾਪਤ ਹੁੰਦਾ ਹੈ। ਪ੍ਰੇਮ ਰਹੱਸਿਆ, ਇਸ ਕਰਕੇ ਪ੍ਰੇਮ ਕਰਕੇ ਉਹ ਟਿਕਿਆ ਰਹਿੰਦਾ, ਆਨੰਦਵਾਨ ਹੋਇਆ ਰਹਿੰਦਾ ਹੈ। ਸੱਚਾ ਦੈ ਦੀਵਾਨ, ਸੱਚੇ ਵਾਹਿਗੁਰੂ ਦੇ ਗੁਰੂ ਦੇ ਦੀਵਾਨ ਕੀਏ ਆਸਰੇ ਕਰਕੇ, ਦੀਵਾਨ ਸਾਧ ਸੰਗਤ ਰੂਪੀ ਸਭਾ ਵਿੱਚ ਜਾਣ ਕਰਕੇ। ਕੂੜ ਨਾ ਜਾਈਐ, ਉੱਥੇ ਕਹਿੰਦੇ ਕੂੜ ਕਰਕੇ ਝੂਠ ਬੋਲ ਕੇ ਨਹੀਂ ਜਾ ਸਕੀ। ਜਾਂ ਸੱਚੇ ਦੀ ਦੀਵਾਨ ਵਿੱਚ, ਪਰਮੇਸ਼ਰ ਦੀ ਦਰਗਾਹ ਵਿੱਚ ਜਾਂ ਸਤ ਸੰਗਤ ਵਿੱਚ ਝੂਠੋ ਝੂਠ ਵਖਾਣ। ਜਿਹੜਾ ਝੂਠਾ ਪੁਰਸ਼ ਉਹ ਤਾਂ ਝੂਠ ਹੀ ਵਖਾਣ ਕੀ ਕਥਨ ਕਰਦਾ ਹੈ। ਸੋ ਮਹਿਲ ਖੁਆਈਐ, ਉਹ ਤਾਂ ਵਾਹਿਗੁਰੂ ਦੇ ਮਹਿਲ ਸਰੂਪ ਵੱਲੋਂ ਫਿਰ ਖੁਲਾਈਆ ਭੁੱਲ ਜਾਂਦਾ ਹੈ। ਸੱਚਾ ਸ਼ਬਦ ਨੀਸਾਨ, ਜਿਹੜਾ ਸੱਚਾ ਸ਼ਬਦ ਉਪਦੇਸ਼ ਹੈ, ਨਿਸ਼ਾਨ ਕੀ ਪ੍ਰਗਟ ਹੈ, ਟੋਂਬੂ ਰੂਪ ਹੈ। ਠਾਕ ਨਾ ਪਾਈਐ, ਜਿਹਦੇ ਕੋਲੇ ਸੱਚੇ ਸ਼ਬਦ ਦਾ ਨਿਸ਼ਾਨ ਟੋਂਬੂ ਹੁੰਦਾ, ਉਹਨੂੰ ਕਿਤੇ ਵੀ ਜਾਂਦਿਆਂ ਠਾਕ ਰੋਕ ਨਹੀਂ ਪਾਈ ਦੀ ਹੈ। ਸੱਚ ਸੁਣ ਬੁੱਝ ਵਖਾਣ, ਇਸੇ ਤਰ੍ਹਾਂ ਸੱਚ ਹੀ ਸੁਣ ਕੇ, ਸੱਚ ਨੂੰ ਸਮਝ ਕੇ ਸੱਚ ਦਾ ਕਥਨ ਕਰਦੇ ਹੈ ਜੋ ਮਹਿਲ ਬੁਲਾਈਐ। ਉਹ ਵਾਹਿਗੁਰੂ ਦੇ ਸਰੂਪ ਦੇ ਵਿੱਚ ਫਿਰ ਬੁਲਾ ਲੈ ਜਾਂਦੇ ਹੈ, ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਕਰ ਲਏ ਜਾਂਦੇ ਹਨ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਚਨਾ ਤੋਂ ਇਹ ਪੌੜੀ, ਗੁਰੂ ਅੰਗਦ ਸਾਹਿਬ ਜੀ ਦੇ ਪਾਵਨ ਰਚਨਾ ਤੋਂ ਇਹ ਦੋਵੇਂ ਸਲੋਕ ਉਚਾਰਨ ਹੋਏ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਵਿਚਾਰਿਆ ਹੈ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਤਾਂ ਬਖਸ਼ਿੰਦ ਹੀ ਹੈ। ਇਸੇ ਤਰ੍ਹਾਂ ਸੰਗਤ ਵੀ ਬਖਸ਼ਣ ਯੋਗ ਹੈ। ਜੋ ਭੁੱਲਾਂ ਗਲਤੀਆਂ ਹੋਈਆਂ ਸਾਰੀਆਂ ਸੰਗਤਾਂ ਨੇ ਖਿਮਾ ਕਰਨੀਆਂ ਜੀ। ਇਸ ਤਰ੍ਹਾਂ ਇਹ ਜਿਹੜੀ ਇਹ ਵਿਚਾਰ ਆਪਾਂ ਕਰਦੇ ਰਹੇ ਹਾਂ। ਹੁਣ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਦਮਦਮਾ ਸਾਹਿਬ ਉੱਥੇ ਵੀ ਉਹ ਜੋ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਹੈ, ਬੇਅੰਤ ਬਿਅੰਗ ਸੰਗਤ ਜੁੜਦੀ ਹੈ। ਸੱਚਾ ਸ਼ਬਦ ਨੀਸਾਨ, ਠਾਕ ਨਾ ਪਾਈਐ। ਸੱਚ ਸੁਣ ਬੁੱਝ ਵਖਾਣ, ਮਹਿਲ ਬੁਲਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਘਰ ਬਾਧਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਮਾਝ ਦੀ ਵਾਰ ਦੇ ਵਿੱਚ ਪਾਵਨ ਪਵਿੱਤਰ ਵਿਚਾਰ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਈ ਹੈ। ਪਿੱਛੇ 18 ਪੌੜੀਆਂ ਸਲੋਕਾਂ ਸਹਿਤ ਆਪਾਂ ਸੰਪੂਰਨ ਕਰ ਲਈਆਂ ਸਨ। ਅੱਜ ਅਗਲੀ 19ਵੀਂ ਪੌੜੀ ਦਾ ਜਿਹੜਾ ਸਲੋਕ ਹੈ ਉਸ ਦਾ ਪਾਠ ਹੁਣੇ ਆਪਾਂ ਸਰਵਣ ਕੀਤਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਇਸ ਦੇ ਉਚਾਰਨ ਦਾ ਜਿਹੜਾ ਸਬਬ ਹੈ, ਕਿਵੇਂ ਬਣਿਆ ਹੈ, ਇਸ ਦੀ ਜਿਹੜੀ ਆਸਾਨਕਾ ਹੈ ਉਹ ਸੰਪਰਦਾਇ ਵਿੱਚ ਇਸ ਤਰ੍ਹਾਂ ਦੱਸੀ ਜਾਂਦੀ ਹੈ। ਇਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਚਰਦੇ ਉਹ ਚੱਲ ਬਟਾਲੇ ਚਲੇ ਗਏ ਸਨ। ਸ਼ਿਵਰਾਤਰੀ ਦਾ ਇੱਥੇ ਉਹ ਜੋੜ ਮੇਲਾ ਸੀ। ਬੜੇ ਦੁਨੀਆ ਦੇ ਲੋਕ ਇਕੱਠੇ ਹੋਏ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਇੱਥੇ ਆਉਣ ਸੰਬੰਧੀ ਪਤਾ ਚੱਲਿਆ ਹੈ, ਸਾਰੀ ਜਿਹੜੀ ਖਲਕਤ ਹੈ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਝੁਕ ਪਈ ਹੈ। ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਕਰਕੇ ਗੁਰੂ ਮਹਾਰਾਜ ਅੱਗੇ ਨਮਸਕਾਰਾਂ ਕਰ ਰਹੀ ਹੈ। ਇੱਧਰ ਸਿੱਧਨਾਥ ਵੀ ਜਿਹੜੇ ਆਉਂਦੇ ਜਾਂਦੇ ਰਹਿੰਦੇ ਸਨ, ਖਾਸ ਕਰਕੇ ਸ਼ਿਵਰਾਤਰੀ ਦੇ ਜੋੜ ਮੇਲੇ 'ਤੇ ਇਹਨਾਂ ਦੀ ਜ਼ਿਆਦਾਤਰ ਪੂਜਾ ਹੁੰਦੀ ਸੀ। ਗੁਰੂ ਮਹਾਰਾਜ ਦੇ ਇੱਥੇ ਆਉਣ ਕਰਕੇ ਇਹਨਾਂ ਦੀ ਘੱਟ ਪੁੱਛ ਪੜਤਾਲ ਹੋਈ ਹੈ, ਘੱਟ ਲੋਕ ਗਏ ਨੇ। ਕੋਈ ਵੀ ਹੈ ਜਦੋਂ ਉਹਦੀ ਘੱਟ ਪੁੱਛ ਪੜਤਾਲ ਹੋਵੇ ਤਾਂ ਆਪਣੇ ਮਨ ਵਿੱਚ ਖਿੱਚਦਾ ਹੀ ਹੈ, ਔਖਾ ਹੀ ਹੁੰਦਾ ਹੈ ਕਿ ਮੇਰੀ ਮੰਨਤ ਸੀ, ਮੇਰਾ ਸਤਿਕਾਰ ਸੀ, ਹੁਣ ਇਹਨਾਂ ਦਾ ਹੋ ਗਿਆ ਹੈ। ਉਹ ਪਹਿਲਾਂ ਤਾਂ ਜਿੱਥੇ ਉਹ ਰਾਸ ਧਾਰੀਏ ਰਾਸ ਪਾ ਰਹੇ ਸਨ, ਉਹਨਾਂ ਦਾ ਲੋਟਾਂ ਜਿਹਾ ਛਪਾ ਲਿਆ ਸੀ। ਉਹ ਗੁਰੂ ਮਹਾਰਾਜ ਨੇ ਫਿਰ ਰੌਲਾ ਗੋਲਾ ਖਤਮ ਕਰ ਲਈ। ਫਿਰ ਉਹ ਜਿੱਥੇ ਇਹਨਾਂ ਨੇ ਉਹ ਲੋਟਾ ਛਪਾਇਆ ਸੀ ਉਹ ਮਹਾਰਾਜ ਨੇ ਕੱਢ ਦਿੱਤਾ ਸੀ। ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣੀਆਂ ਤਾਕਤਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਈ ਸਿੱਧੀ ਦੇ ਬਲ ਨਾਲ ਮੂੰਹ ਵਿੱਚੋਂ ਅੱਗ ਕੱਢ ਰਿਹਾ ਹੈ, ਕੋਈ ਸ਼ੇਰ ਬਣਿਆ ਫਿਰਦਾ ਹੈ, ਕੋਈ ਬੁਗਿਆੜ ਬਣਿਆ ਫਿਰਦਾ ਹੈ। ਕਿਵੇਂ ਜਿਵੇਂ ਕੋਈ ਆਕਾਸ਼ ਵਿੱਚ ਪਤੰਗ ਉੱਡਦੀ ਹੁੰਦੀ ਹੈ, ਉਹ ਉੱਡਿਆ ਫਿਰਦਾ ਪਤੰਗ ਨੂੰ। ਇਸ ਤਰ੍ਹਾਂ 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 ਦੀਆਂ ਸ਼ਕਤੀਆਂ ਜਿਸ ਵੇਲੇ ਡਰਾ ਰਹੇ ਸੀ, ਮਾਰਨ ਡਰਾ ਰਹੇ, ਧਮਕਾ ਰਹੇ ਸਨ। ਜਦੋਂ ਨਾ ਹੀ ਹਟੇ, ਗੁਰੂ ਮਹਾਰਾਜ ਨੇ ਇੱਧਰ ਜਿੱਥੇ ਵਾਰ ਤਾਂ ਨੂੰ ਨਿਗਾਹ ਕੀਤੀ ਹੈ, ਸਾਰਿਆਂ ਦੀ ਜਿਹੜੀ ਸਿੱਧੀ ਤਾਕਤ ਖਿੱਚ ਲਈ ਹੈ। ਫਿਰ ਜਿਵੇਂ ਮਾਂ ਮਰੀ ਹੁੰਦੀ ਹੈ, ਬੈਠੇ ਚੁੱਪ ਚੁਪਾਤੇ। ਫਿਰ ਉਹ ਬੜੀ ਬਾਰਿਸ਼ ਆਈ ਹੈ। ਬਾਰਿਸ਼ ਵਿੱਚ ਬੜੇ ਜੀਅ ਜੰਤ ਮਰ ਗਏ ਸੀ। ਇਹਨਾਂ ਨੇ ਲਿਆਂਦੀ ਸੀ, ਗੜੇ ਗੁੜੇ ਜਿਹੇ ਬਰਸਾਏ ਸਨ, ਪੰਛੀ ਮਰ ਗਏ। ਇਹ ਜਿਹੜਾ ਇਹ ਤਰਨਦਾਵਾ ਚੌਧਰੀ ਹੈ, ਉਹ ਸਿੱਧਾ ਆਪਣੀ ਸ਼ਕਤੀ ਗਵਾ ਬੈਠੇ। ਇਹ ਕੋਈ ਦਿਖਾਉਣ ਲੱਗਿਆ ਹੈ। ਉਸ ਸਰੋਵਰ ਤੇ ਪਾਣੀ ਤੇ ਚਾਦਰ ਜੀ ਵਿਛਾ ਕੇ ਨਾ, ਇਸ ਤਰ੍ਹਾਂ ਜਿਹੜੇ ਮਰੇ ਹੋਏ ਪੰਛੀ ਉਹਨਾਂ ਨੂੰ ਫੜਦਾ ਹੈ ਤੇ ਤਾਂ ਨੂੰ ਮਾਰਦਾ, ਉਡਾ ਦਿੰਦਾ ਹੈ। ਤੇ ਲੋਕ ਉਧਰ ਨੂੰ ਦੇਖਣ ਲੱਗ ਪਏ। ਇਹ ਬੜਾ ਵੀ ਤਾਕਤ ਵਾਲਾ ਹੈ, ਵੇਖੋ ਮਰਿਆ ਪੰਛੀਆਂ ਨੂੰ ਫੜਦਾ ਹੈ, ਤਾਂ ਨੂੰ ਸੁੱਟਦਾ ਹੈ ਤੇ ਜਿਉਂਦੇ ਕਰੀ ਜਾਂਦਾ ਹੈ। ਗੁਰੂ ਮਹਾਰਾਜ ਨੇ ਪੁੱਛਿਆ ਵੀ ਆਹ ਕੌਣ ਹੈ, ਕੀ ਕਿਵੇਂ ਕੱਟ ਰਿਹਾ ਹੋਇਆ ਉਦਾਲੇ ਪਦਾਲੇ। ਸਿੱਧਾ ਨੇ ਖਜਿਆ ਹੋਇਆ, ਕਹਿੰਦੇ ਮਹਾਰਾਜ ਤੁਹਾਡਾ ਚੇਲਾ ਹੈ। ਇਹ ਕੀ ਕਰਦਾ ਹੈ? ਇਹ ਆਪਣੀ ਤਾਕਤ ਦਿਖਾਉਂਦਾ ਹੈ, ਮਰਿਆ ਹੋਇਆ ਪੰਛੀਆਂ ਨੂੰ ਜੀਰੇ ਕਰਕੇ ਉਡਾਈ ਜਾਂਦਾ ਹੈ। ਇਹ ਤਾਂ ਹੁਣ ਜਦ ਤੁਹਾਡੇ ਕੋਲ ਰਹਿ ਗਈ ਸ਼ਕਤੀ, ਜਾਂ ਤੁਹਾਡੇ ਚੇਲੇ ਕੋਲ ਰਹਿ ਗਈ ਹੈ। ਅਸੀਂ ਵੀ ਸਾਥੋਂ ਤਾਂ ਸ਼ਕਤੀ ਖੋਹ ਲਈ ਹੈ। ਇਹ ਤੁਹਾਡਾ ਚੇਲਾ ਜਿਹਦੇ ਕੋਲ ਹੈਗੀ ਹੈ, ਉਹ ਵੀ ਸਾਡੇ ਵਾਂਗੂ ਕਰਦਾ ਹੈ ਜਿਵੇਂ ਅਸੀਂ ਕਰਦੇ ਸੀ। ਤੇ ਗੁਰੂ ਮਹਾਰਾਜ ਨੇ
ਉਹਨੂੰ ਵੀ ਬੁਲਾਇਆ, ਆਵਾਜ਼ ਦਿੱਤੀ ਹੈ, ਉਹਦੀ ਵੀ ਤਾਕਤ ਖੁੱਲ ਗਈ ਹੈ। ਵਿਚਾਰਾ ਇਹ ਜਿੱਤਾ ਰੰਧਾਵਾ ਚੌਧਰੀ ਵੀ ਸੁਨਮਨ ਜਿਹਾ ਹੋ ਕੇ ਬਹਿ ਗਿਆ, ਕੁੰਭਲਾ ਗਿਆ ਹੈ। ਇੱਕ ਸਿੱਖ ਆਇਆ, ਉਹਦੇ ਨਾਲ ਛੋਟਾ ਜਿਹਾ ਬੱਚਾ ਹੈ। ਉਹਨੇ ਆ ਕੇ ਬੜੀ ਸ਼ਰਧਾ ਨਾਲ ਮਹਾਰਾਜ ਨੂੰ ਮੱਥਾ ਟੇਕਿਆ ਹੈ। ਮਹਾਰਾਜ ਦੀ ਮੌਜ ਹੈ। ਕਹਿੰਦੇ ਲੈ ਵੀ ਬਚਨ ਮੰਨੇਗਾ? ਮੈਂ ਮਹਾਰਾਜ ਜੋ ਕਹੋਗੇ ਮੰਨਾਗਾ। ਲੱਕੜਾਂ ਇਕੱਠੀਆਂ ਕਰ। ਲੱਕੜਾਂ ਇਕੱਠੀਆਂ ਕਰ ਲਈਆਂ ਹਨ। ਤੇ ਉਸ ਤੋਂ ਬਾਅਦ ਫਿਰ ਅਗਲੀ ਪ੍ਰਜੋਤ ਕਹਿ ਕੇ ਕਰਵਾ ਦਿੱਤੀ ਹੈ। ਫਿਰ ਬੱਚਿਆਂ ਨੂੰ ਆਗਿਆ ਕੀਤੀ, ਲੈ ਵੀ ਹੁਣ ਇਹਦੇ ਵਿੱਚ ਬਹਿ ਜਾ। ਆ ਗੁਰੂ ਮਹਾਰਾਜ ਤੇ ਬਚਨਾਂ ਤੇ ਭਰੋਸਾ ਹੈ। ਇਹ ਝੱਟੀ ਚੌਂਕੜਾ ਮਾਰ ਕੇ ਵਿੱਚ ਜਾ ਬੈਠਾ ਹੈ। 1.25 ਪਹਿਰ ਤੱਕ ਬੈਠਾ ਰਿਹਾ ਹੈ। ਕੋਈ ਅੱਗ ਨੇੜੇ ਨਹੀਂ ਇਹਦੇ ਆਈ ਹੈ।